ਕਿੰਝ ਇਹ ਪ੍ਰਦੇਸ਼ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ IDP ਲੁਧਿਆਣਾ, ਜੋ ਕਿ SO 41 ਫਸਟ ਫਲੋਰ ਫਿਰੋਜ਼ ਗਾਂਧੀ ਮਾਰਕੀਟ ਭਾਈਵਾਲਾ ਚੌਂਕ ਲੁਧਿਆਣਾ ਵਿਖੇ ਸਥਿਤ ਹੈ। IDP ਇੰਡੀਆ 'ਚ ਨਹੀਂ ਬਲਕਿ ਫੋਰਨ ਵਿੱਚ ਵੀ ਇੱਕ ਬ੍ਰਾਂਡ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਆਪਣੀ ਸੇਵਾਵਾਂ ਦੇ ਰਿਹਾ ਹੈ। IDP ਵੱਲੋਂ 5 ਲੱਖ ਤੋਂ ਵੱਧ ਬੱਚੇ ਫੋਰਨ ਵਿੱਚ ਭੇਜੇ ਜਾ ਚੁੱਕੇ ਨੇ, ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਫਿਊਚਰ ਬਣਾ ਰਹੇ ਨੇ। IDP ਵੱਲੋਂ 30 ਦੇਸ਼ਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। IDP ਦੇ ਇੰਡੀਆ ਵਿੱਚ 60 ਆਫਿਸ ਨੇ ਔਰ 8 ਤੋਂ 9 ਆਫਿਸ ਪੰਜਾਬ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ। IDP ਵੱਲੋਂ ਬੱਚਿਆਂ ਦੇ ਗਾਈਡੈਂਸ ਲਈ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਨੇ। ਸੋ ਜੇਕਰ ਤੁਸੀਂ ਵੀ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਤੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ IDP ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਟੀਮ ਨੇ IDP ਦੇ ਪੰਜਾਬ ਦੇ ਹੈੱਡ ਸਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ IDP ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਨੇ IDP ਲੁਧਿਆਣਾ ਦੇ ਹੈੱਡ ਸਰ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ IDP ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਨੇ ਇੱਥੇ ਸਟੂਡੈਂਟਸ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ IDP ਦੀ ਬੇਹੱਦ ਤਾਰੀਫ ਕੀਤੀ। ਆਓ ਲੈ ਕੇ ਚੱਲਦੇ ਤੁਹਾਨੂੰ IDP ਲੁਧਿਆਣਾ ਵਿਖੇ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ IDP ਇੰਟਰਨੈਸ਼ਨਲ ਐਜੂਕੇਸ਼ਨ ਸਪੈਸ਼ਲਿਸਟ ਔਰ ਗੱਲ ਕਰ ਰਹੇ ਹਾਂ ਜਸਮੀਨ ਜੀ ਦੇ ਨਾਲ, ਜਿਹੜੇ ਪੰਜਾਬ ਦੇ ਹੈੱਡ ਨੇ। ਜਸਮੀਨ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸ਼ੁਕਰੀਆ ਜੀ। ਜਸਮੀਨ ਜੀ, IDP ਜਿਹੜਾ ਕਿ ਇੱਕ ਐਸਾ ਨਾਮ ਹੈ ਜਿਹੜੇ ਨਾਮ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਇੱਕ ਨੈਟਵਰਕ ਦੇ ਕੇ, ਉਹਨਾਂ ਨੂੰ ਆਈਲੈਟਸ ਕਰਾ ਕੇ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਕੀ ਕਹਿਣਾ ਚਾਹੋਗੇ ਕਿ ਇਹ ਬੂਟਾ ਕਦੋਂ ਤੋਂ ਲੱਗਿਆ ਔਰ ਅੱਜ ਜਿੱਦਾਂ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ IDP ਨੂੰ ਕੋਈ ਮੁਹਤਾਜ ਨਹੀਂ ਹੈ ਕਿਸੇ ਨਾਮ ਦਾ? ਕੀ ਕਹਿਣਾ ਚਾਹੋਗੇ? ਮੈਂ ਪਹਿਲੇ ਤਾਂ ਤੁਹਾਨੂੰ ਥੈਂਕ ਯੂ ਕਰਨਾ ਚਾਹਾਂਗਾ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ। ਆਈ ਥਿੰਕ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਇੱਕ ਪੇੜ ਹੈ ਜਿਹੜਾ ਕਿ ਕਿਸੇ ਟਾਈਮ ਸ਼ੁਰੂ ਹੋਇਆ ਸੀ। ਸੋ ਆਲਮੋਸਟ 50 ਸਾਲ ਹੋ ਗਏ ਸਰ ਕੰਪਨੀ ਨੂੰ ਕੰਮ ਕਰਦੇ ਹੋਏ, ਔਰ ਅਸੀਂ ਬੜਾ ਪ੍ਰਾਊਡਲੀ ਇਹ ਕਹਿੰਦੇ ਹਾਂ ਕਿ ਅਸੀਂ ਕਰੀਬਨ 5 ਲੱਖ ਬੱਚੇ ਅਸੀਂ ਬਾਹਰ ਭੇਜ ਚੁੱਕੇ ਹਾਂ, ਜਿਹੜਾ ਕਿ ਉੱਥੇ ਪੜ੍ਹਾਈ ਕਰਕੇ ਆਪਣਾ ਸੁਨਹਿਰਾ ਭਵਿੱਖ ਜਿਹੜਾ ਹੈ ਉਹ ਉੱਥੇ ਆਪਣੀ ਲਾਈਫ ਬਣਾ ਲਈ ਉਹਨਾਂ ਨੇ। ਸੋ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ IDP ਦੇ ਬਾਰੇ ਹੋਰ ਦੱਸਣਾ ਚਾਹਾਂਗਾ ਕਿ ਇੱਕ ਲਿਸਟਡ ਕੰਪਨੀ ਹੈ ਔਰ ਆਸਟ੍ਰੇਲੀਅਨ ਐਕਸਚੇਂਜ ਦੇ ਵਿੱਚ, ਔਰ ਪਬਲਿਕ ਲਿਮਿਟਡ ਕੰਪਨੀ ਹੈ, ਔਰ ਕਾਫੀ ਟਾਈਮ ਤੋਂ ਬੱਚਿਆਂ ਨੂੰ ਸਟੂਡੈਂਟ ਸੈਂਟਰਿਕ ਅਪਰੋਚ ਹੋਣ ਕਰਕੇ ਅਸੀਂ ਇੱਦਾਂ ਗਾਈਡ ਕੀਤਾ ਹੈ ਕਿ ਉਹਨਾਂ ਦੀ ਲਾਈਫ ਜਿਹੜੀ ਹੈ ਉਹ ਆਪਣਾ ਕਰੀਅਰ ਜਿਹੜਾ ਉਹ ਬਣਾ ਸਕਣ। ਸੋ IDP ਇਸ ਕੰਮ ਦੇ ਵਿੱਚ ਸਭ ਤੋਂ ਅੱਗੇ ਹੈ ਜੀ। ਅਗਰ ਆਪਾਂ ਜਸਮੀਨ ਦੀ ਗੱਲ ਕਰੀਏ, ਉਸ ਟਾਈਮ ਦਾ ਸਿਨੈਰੀਓ ਤੇ ਅੱਜ ਦਾ ਸਿਨੈਰੀਓ ਬੜਾ ਫਰਕ ਹੈ। ਉਸ ਟਾਈਮ ਦੇ ਉੱਤੇ ਮਾਰਕੀਟ ਦੇ ਵਿੱਚ ਥੋੜੇ ਲੋਕ ਸਨ। ਹੁਣ ਅੱਜ ਕੱਲ੍ਹ ਮਤਲਬ ਆਪਾਂ ਦੇਖ ਸਕਦੇ ਕਿ ਹਰ ਤੀਸਰੀ ਦੁਕਾਨ ਦੇ ਉੱਪਰ ਜਿਹੜਾ ਹੈਗਾ ਇਹ ਆਈਲੈਟਸ ਦਾ ਲੋਕ ਆਪਣੇ ਆਪਣੇ ਸੈਂਟਰ ਖੋਲ੍ਹੀ ਬੈਠੇ ਨੇ। ਉਸ ਸਮੇਂ ਦਾ ਤੇ ਹੁਣ ਸਮੇਂ ਦਾ ਕਿੰਨਾ ਕੁ ਤੁਹਾਨੂੰ ਫਰਕ ਲੱਗ ਰਿਹਾ ਹੈਗਾ? ਔਰ ਬਾਹਰਲਾ ਜਿਹੜਾ ਜਿਸ ਤਰੀਕੇ ਦੇ ਨਾਲ ਉਦੋਂ ਕੰਟਰੀਜ਼ ਦੀ ਜਿਹੜੀ ਇਨਕਮਿੰਗ ਲੋਕਾਂ ਦੇ ਨਾਲ ਡੀਲ ਸੀਗਾ ਤੇ ਅੱਜ ਦਾ? ਦੇਖੋ ਜੀ, ਮਾਰਕੀਟ ਇਵੋਲਵ ਹੋਈ ਹੈ ਫॉर श्योर, ਔਰ ਕਾਫੀ ਲੋਕ ਨੇ ਜਿਹੜਾ ਇਹਦਾ ਕੰਮ ਕਰ ਰਹੇ। ਬਟ ਮੈਂ ਆਪਣੀ ਕੰਪਨੀ ਬਾਰੇ ਦੱਸਣਾ ਚਾਹਾਂਗਾ, ਜਿਵੇਂ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕੰਪਨੀ ਦਾ ਬੈਕਅਪ ਕੀ ਹੈ, ਰਾਈਟ। ਅਸੀਂ ਕਰੀਬਨ 30 ਦੇਸ਼ਾਂ 'ਚ ਸਰ ਕੰਮ ਕਰ ਰਹੇ ਹੈਗੇ ਆ। ਸਾਡੇ ਇੰਡੀਆ ਦੇ ਵਿੱਚ ਕਰੀਬਨ 60 ਆਫਿਸ ਹੈਗੇ ਨੇ। ਪੰਜਾਬ ਦੀ ਗੱਲ ਕਰਾਂ ਤੇ 8-9 ਆਫਿਸ ਸਾਡੇ ਪੰਜਾਬ 'ਚ ਵੀ ਹੈਗੇ ਹੈ, ਔਰ ਕੋਈ ਇੱਦਾਂ ਦੀ ਸਿਟੀ ਨਹੀਂ ਜਿੱਥੇ ਅਸੀਂ ਪ੍ਰੈਜ਼ੈਂਟ ਨਹੀਂ ਆ, ਰਾਈਟ। ਇਹਦਾ ਮਤਲਬ ਇੱਕ ਤਾਂ ਜਿਹੜਾ ਬੱਚੇ ਨੂੰ ਅਗਰ ਕਿੱਥੇ ਵੀ ਅਵੇਲੇਬਲ ਚਾਹੀਦਾ IDP ਅਵੇਲੇਬਲ ਹੈ, ਰਾਈਟ। ਸੋ ਕਾਉਂਸਲਿੰਗ ਲੈ ਸਕਦਾ ਹੈ। ਉਹ 6 ਕੰਟਰੀਜ਼ ਮੈਂ ਨਾਮ ਦੱਸ ਦਿੰਦਾ: ਨਿਊਜ਼ੀਲੈਂਡ, ਆਸਟ੍ਰੇਲੀਆ, USA, ਕੈਨੇਡਾ, ਆਇਰਲੈਂਡ ਤੇ UK। ਇਹ 6 ਕੰਟਰੀ ਸੇਫ ਕੰਟਰੀਜ਼ ਹੈ ਜਿੱਥੇ ਬੱਚਾ ਜਾ ਕੇ ਆਪਣਾ ਕਰੀਅਰ ਪਰਸਿਊ ਕਰ ਸਕਦਾ ਹੈ। ਉਹ ਸਾਡੇ ਤੋਂ ਆ ਕੇ ਕਾਉਂਸਲਿੰਗ ਲਵੇ ਤੇ ਅਸੀਂ ਕਰੀਬਨ 1000 ਇੰਸਟੀਟਿਊਟ ਸਾਡੇ ਨਾਲ ਐਸੋਸੀਏਟਡ ਨੇ, ਜਿਨ੍ਹਾਂ ਬਾਰੇ ਅਸੀਂ ਉਹਨਾਂ ਨੂੰ ਕਾਉਂਸਲਿੰਗ ਦੇ ਸਕਦੇ ਹਾਂ ਔਰ ਉਹਨਾਂ ਦੇ ਕਰੀਅਰ ਚੋਇਸ ਦੇ ਹਿਸਾਬ ਨਾਲ ਉਹਨਾਂ ਨੂੰ ਰეკਮੈਂਡ ਕਰ ਸਕਦੇ ਹਾਂ। ਜਸਮੀਨ ਜੀ, ਜਿਸ ਤਰੀਕੇ ਦੇ ਨਾਲ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਕਿ ਜਦੋਂ IDP ਦੇ ਵਿੱਚ ਬੱਚਾ ਆਉਂਦਾ ਉਸ ਟਾਈਮ ਦੇ ਉੱਤੇ ਉਹਦਾ ਮੈਂਟਲ ਐਟੀਟਿਊਡ ਔਰ ਜਦੋਂ ਜਾਂਦਾ, ਕਿਵੇਂ ਇੰਨੀ ਟਰਾਂਸਫਰਮੇਸ਼ਨ ਜਿਹੜੀ ਹੈਗੀ ਤੁਸੀਂ ਲੈ ਕੇ ਆਉਂਦੇ ਉਹਨਾਂ 'ਚ? ਦੇਖੋ ਸਰ, ਸਾਰੀ ਚੀਜ਼ਾਂ ਗਾਈਡੈਂਸ ਓਬਵੀਅਸਲੀ ਬੱਚੇ ਵੀ ਅੱਜ ਦੇ ਜਿਹੜੇ ਸਮਾਰਟ ਹੈਗੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਕਰੀਅਰ ਹੈ, ਜਿਹੜਾ ਭਵਿੱਖ ਹੈ ਉਹ ਵਧੀਆ ਬਣੇ। ਆਈ ਥਿੰਕ ਅਸੀਂ ਜਿਹੜਾ ਸਾਡੇ ਪਾਰਟ ਆਫ ਜੌਬ ਹੈ ਕਿ ਅਸੀਂ ਉਹਨਾਂ ਨੂੰ ਵਧੀਆ ਤੋਂ ਵਧੀਆ ਕਾਉਂਸਲਿੰਗ ਦਈਏ, ਗਾਈਡ ਕਰੀਏ ਕਿ ਉਹਨਾਂ ਦੇ ਵਿਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੋਏਗੀ, ਉਹਨੂੰ ਫਿਲਫਿਲ ਕਰਨ। ਆਈ ਥਿੰਕ ਉਸੇ ਕਰਕੇ ਬੱਚੇ ਜਿਹੜੇ ਉਹ ਆਪਣੇ ਆਪ ਨੂੰ ਪ੍ਰਿਪੇਅਰ ਕਰਦੇ ਨੇ ਤੇ ਕਾਉਂਸਲਿੰਗ ਲੈ ਕੇ ਉੱਥੇ ਜਾਂਦੇ ਨੇ। ਜਸਮੀਨ ਜੀ, ਜਿਸ ਤਰੀਕੇ ਦੇ ਨਾਲ ਹਰ ਰੋਜ਼ ਆਪਾਂ ਪੇਪਰਾਂ 'ਚ ਪੜ੍ਹਦੇ ਹੈਗੇ ਆ, ਦੇਖਦੇ ਹੈਗੇ ਆ, ਆਨਲਾਈਨ ਮੀਡੀਆ ਦੇ ਉੱਪਰ ਵੀ ਕਾਫੀ ਲੋਕ, ਕੋਈ ਕਹਿੰਦਾ ਮੈਥੋਂ ਫਲਾਣੇ ਏਜੰਟ ਨੇ ਇੰਨੇ ਪੈਸੇ ਠੱਗ ਲਏ, ਕੋਈ ਕਹਿੰਦਾ ਮੈਥੋਂ ਫਲਾਣੇ ਏਜੰਟ ਨੇ ਇੰਨੇ ਪੈਸੇ ਠੱਗ ਲਏ। ਕੀ ਕਹਿਣਾ ਚਾਹੋਗੇ ਕਿ ਉਹ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਏਜੰਟਸ ਦਾ ਕੰਮ ਹੈਗਾ ਔਰ ਕਾਉਂਸਲਰ ਦਾ ਕੰਮ, ਮਤਲਬ ਕਿੱਦਾਂ ਇਹ ਦੋਨੇ ਜਿਹਨਾਂ ਡਿਫਰੈਂਸ਼ੀਏਟ ਆਪਾਂ ਕਿੱਦਾਂ ਕਰ ਸਕਦੇ? ਸਰ ਦੇਖੋ, ਮੈਂ ਆਪਣੀ ਗੱਲ ਦੱਸ ਸਕਦਾ, ਜਿਹੜੀ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕੰਪਲੀਟ ਟਰਾਂਸਪੇਰੈਂਸੀ ਹੈ ਜੀ ਜੋ ਅਸੀਂ ਕੰਮ ਕਰਦੇ ਹਾਂ। ਬੱਚਾ ਸਾਡੇ ਕੋਲ ਆਉਂਦਾ ਹੈ, ਅਸੀਂ ਉਹਨੂੰ ਰਿਕਮੈਂਡ ਬੇਸਿਸ ਉਹਦੇ ਕੀ ਕੁਆਲੀਫਿਕੇਸ਼ਨ ਹੈਗੀ ਹੈ, ਬੇਸਿਸ ਉਹਦੇ ਕੀ ਆਇਲਸ ਸਕੋਰ ਹੈ, ਅਸੀਂ ਉਹਨੂੰ ਰਿਕਮੈਂਡ ਕਰਦੇ ਹਾਂ ਜੀ ਇਹ ਯੂਨੀਵਰਸਿਟੀ ਜਾਂ ਇਹ ਕਾਲਜ ਦੇ ਵਿੱਚ ਤੁਸੀਂ ਜਾ ਸਕਦੇ ਹੋ।
ਉਸ ਤੋਂ ਬਾਅਦ ਬੱਚਾ ਉਹ ਚੋਇਸਿਸ ਦੇ ਵਿੱਚ ਆਪਣੀ ਰਿਸਰਚ ਕਰਦਾ ਹੈ, ਸਾਡੇ ਕੋਲ ਵਾਪਸ ਮੁੜ ਆਉਂਦਾ ਹੈ, ਦੱਸਦਾ ਹੈ ਕਿ ਸਾਨੂੰ ਮੈਂ ਇਹ ਵਾਲੀ ਯੂਨੀਵਰਸਿਟੀ ਜਾਂ ਕਾਲਜ ਇੰਟਰਸਟਿਡ ਹਾਂ। ਅਸੀਂ ਉਹਦੇ ਸਾਹਮਣੇ ਉਹਦੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਗਾਈਡ ਕਰਦੇ ਹਾਂ, ਅਸੀਂ ਅਪਲਾਈ ਕਰਦੇ ਹਾਂ। ਉਸ ਤੋਂ ਬਾਅਦ ਅੱਗੇ ਦਾ ਜਿਹੜਾ ਵੀ ਪ੍ਰੋਸੈਸ ਹੈ ਬੱਚੇ ਦਾ, ਵੀਜ਼ਾ ਐਪਲੀਕੇਸ਼ਨ ਦਾ ਜਾਂ ਫੀਸ ਜਮ੍ਹਾਂ ਕਰਾਉਣ ਦਾ, ਉਹ ਸਾਰਾ ਬੱਚਾ ਡਾਇਰੈਕਟਲੀ ਆਪਣੇ ਆਪ ਤੋਂ ਕਰਦਾ ਹੈ। ਇਹਦੇ ਨਾਲ ਕੀ ਹੈ ਕਿ ਪੂਰੀ ਟਰਾਂਸਪੇਰੈਂਸੀ ਬਣੀ ਰਹਿੰਦੀ, ਉਹਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ। ਸੋ ਦੇयर इज नथिंग हिडन। और सब तो अच्छी चीज़ ਜਿਹੜੀ मैं ਦੱਸਣਾ ਚਾਹਾਂਗਾ, ਇਹ ਪੂਰਾ ਪ੍ਰੋਸੈਸ ਚ A to Z ਅਸੀਂ 1 ਰੁਪਿਆ ਵੀ, ਇੱਕ ਨਵਾਂ ਪੈਸਾ ਵੀ ਬੱਚੇ ਕੋ ਚਾਰਜ ਨਹੀਂ ਕਰਦੇ। ਸੋ ਅਗਰ ਉਹਦੀ ਐਪਲੀਕੇਸ਼ਨ ਫੀ ਹੈ ਉਹ ਡਾਇਰੈਕਟਲੀ ਜਮ੍ਹਾਂ ਕਰਾਏਗਾ ਕਾਲਜ ਦੇ ਵਿੱਚ, ਉਹਦੀ ਵੀਜ਼ਾ ਫੀ ਹੈ ਉਹ IRCC ਜਮ੍ਹਾਂ ਕਰਾਏਗਾ, ਉਹਦਾ ਕਾਲਜ ਫੀਸ ਹੈ ਉਹ ਡਾਇਰੈਕਟਲੀ ਕਾਲਜ ਜਮ੍ਹਾਂ ਕਰਾਏਗਾ, ਉਹਦੀ GIC ਉਹ ਆਪਣੇ ਬੈਂਕ ਅਕਾਊਂਟ ਜਿਹੜਾ ਉੱਥੇ ਖੁਲਵਾਏਗਾ ਕੈਨੇਡਾ ਦੇ ਵਿੱਚ ਉਹਦੇ ਜਮ੍ਹਾਂ ਕਰਾਏਗਾ। ਸਾਡਾ ਵਿੱਚ ਅਸੀਂ ਕੋਈ ਵੀ ਆਪਣੇ ਵੱਲ ਪੈਸਾ ਨਹੀਂ ਰੱਖਦੇ। ਸੋ ਇਸ ਕਰਕੇ ਬੱਚੇ ਵੀ ਬੜੇ ਖੁਸ਼ ਰਹਿੰਦੇ ਨੇ ਕਿ ਪੂਰਾ ਟਰਾਂਸਪੇਰੈਂਸੀ ਨਾਲ ਕੰਪਨੀ ਚੱਲ ਰਹੀ ਹੈ, ਔਰ ਆਈ ਥਿੰਕ ਉਹਦੇ ਕਰਕੇ ਹੀ ਸਾਡਾ ਨਾਮ ਹੈ। ਜਸਮੀਤ ਜੀ, ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਦੇਰ ਆਰ ਨੰਬਰ ਆਫ ਸਟੂਡੈਂਟਸ ਜਿਹੜੇ ਤੁਹਾਡੇ ਤੋਂ ਆਈਲੈਟਸ ਕਰਦੇ ਆ, ਤੁਸੀਂ ਆਈਲੈਟਸ ਤੇ ਇਮੀਗ੍ਰੇਸ਼ਨ ਨੂੰ ਅਲੱਗ-ਅਲੱਗ ਰੱਖਿਆ ਹੋਇਆ। ਇਹ ਨਹੀਂ ਕਿ ਆਈਲੈਟਸ ਦਾ ਜਿਹੜਾ ਡਾਟਾ ਹੈਗਾ ਤੁਸੀਂ ਉਧਰ ਯੂਜ਼ ਕਰ ਲਓ ਔਰ ਉਹਨਾਂ ਸਟੂਡੈਂਟਸ ਨੂੰ ਤੁਸੀਂ ਫੋਰਸ ਕਰੋ। ਜਿੱਦਾਂ ਤੁਸੀਂ ਕਿਹਾ ਕਿ ਸਟੂਡੈਂਟ ਆਈਲੈਟਸ ਕਰਕੇ ਚਲਾ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਉਹ ਦੁਬਾਰਾ IDP ਕੋਲ ਆਉਂਦਾ। ਇਹ ਕਾਰਨ ਕੀ ਹੈ? ਮਤਲਬ ਤੁਸੀਂ, ਕਿਉਂਕਿ ਤੁਸੀਂ ਆਪਣੇ ਸਟੂਡੈਂਟ ਆ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਆਈਲੈਟਸ ਕਰਾ ਰਹੇ ਹੋ, ਉਹਨਾਂ ਨੂੰ ਤੁਸੀਂ ਇਹ ਵੀ ਕਾਉਂਸਲ ਕਰ ਸਕਦੇ ਹੋ ਕਿ ਭਾਈ IDP ਜਿਹੜਾ ਹੈਗਾ ਉਹ ਨਾਲ ਵੀਜ਼ਾਸ ਦਾ ਵੀ ਕਰ ਰਿਹਾ, ਤੇ ਤੁਸੀਂ ਉਹਨਾਂ ਸਟੂਡੈਂਟਸ ਨੂੰ ਸਿੱਧਾ ਵੀ ਲੈ ਸਕਦੇ ਹੋ। ਦੇਖੋ ਜੀ, ਆਇਲਟਸ ਤੇ ਸਟੂਡੈਂਟ ਪਲੇਸਮੈਂਟ ਹੈ ਸਾਡੇ ਦੋ ਚੈਨਲਸ ਨੇ ਇੱਕੋ ਹੀ ਕੰਪਨੀ ਦੇ ਵਿੱਚ, ਔਰ ਅਸੀਂ ਰਿਸਪੈਕਟ ਕਰਦੇ ਹਾਂ ਦੋਨੋਂ ਚੈਨਲਸ ਦੀ। ਔਰ ਉਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਗੱਲ ਹੈ IDP ਦੀ, ਕਿ ਅਸੀਂ ਜਿਹੜੇ ਬਾਹਰ ਏਜੰਟਸ ਜਿਹੜੇ ਆਇਲਟਸ ਕਰਾਉਂਦੇ ਨੇ ਉਹਨਾਂ ਦੀ ਵੀ ਰਿਸਪੈਕਟ ਕਰਦੇ ਹਾਂ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਸਾਡੇ ਕਲਾਇੰਟ ਵੀ ਹੈ, ਰਾਈਟ? ਕਿਉਂਕਿ ਉਹ ਬੱਚਿਆਂ ਨੂੰ ਪੜ੍ਹਾਉਂਦੇ ਤਾਂ ਬੱਚੇ ਆ ਕੇ ਆਇਲਟਸ ਐਗਜ਼ਾਮ ਦਿੰਦੇ ਆ। ਸੋ ਅਸੀਂ ਇਹ ਇੰਟੀਗ੍ਰਿਟੀ ਰੱਖੀ ਹੋਈ ਹੈ ਕਿ ਅਸੀਂ ਡਾਟਾ ਜਿਹੜਾ ਹੈ ਕਿਉਂਕਿ ਸਾਡੇ ਬਹੁਤ ਸਾਰੇ ਮਾਰਕੀਟਿੰਗ ਪ੍ਰੋਗਰਾਮਸ ਹੈ, ਸਾਡੇ ਆਪਣੇ ਰੈਫਰਲ ਪ੍ਰੋਗਰਾਮਸ ਹੈ, ਜਿਹਦੇ ਨਾਲ ਬੱਚਾ ਡਾਇਰੈਕਟਲੀ ਸਾਡੇ ਕੋਲ ਆਪਣੇ ਆਪ ਹੀ ਆਉਂਦਾ ਹੈ। ਅਸੀਂ ਆਪਣਾ ਸ਼ੇਅਰਿੰਗ ਨਹੀਂ ਕਰਦੇ ਹਾਂ ਡਾਟਾ ਦੀ। ਸੋ ਆਇਲਟਸ ਇੱਕ ਡਿਫਰੈਂਟ ਡਿਪਾਰਟਮੈਂਟ ਹੈ ਔਰ ਸਟੂਡੈਂਟ ਪਲੇਸਮੈਂਟ ਇੱਕ ਡਿਫਰੈਂਟ ਡਿਪਾਰਟਮੈਂਟ ਹੈ। ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਾਲਜਸ ਬੰਦ ਹੋਏ ਔਰ ਉਹਦੇ ਨਾਲ ਕਾਫੀ ਜਿਹੜੀ ਹੈਗੀ ਆ ਪਰੇਸ਼ਾਨੀ ਸਟੂਡੈਂਟਸ ਨੂੰ ਸਹਿਨ ਕਰਨੀ ਪੈ ਰਹੀ ਹੈਗੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਬੜਾ ਹੀ ਅਨਫੋਰਚੂਨੇਟ ਕਹਾਂਗਾ, ਔਰ ਪੰਜਾਬ 'ਚ ਹੀ ਸਾਨੂੰ 15 ਸਾਲ ਹੋ ਗਏ, 50 ਸਾਲ ਕੰਪਨੀ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਹੋ ਗਿਆ, ਅੱਜ ਤੱਕ ਇਦਾਂ ਦਾ ਇਨਸੀਡੈਂਟਸ ਨਹੀਂ ਹੋਇਆ। ਪਹਿਲੀ ਵਾਰੀ, ਜਿਵੇਂ ਕਹਿੰਦੇ ਨਾ ਕੋਵਿਡ ਪਹਿਲੀ ਵਾਰੀ ਅਸੀਂ ਇਸ ਸਦੀ 'ਚ ਦੇਖਿਆ, ਉਸੇ ਤਰੀਕੇ ਨਾਲ ਇਹ ਜਿਹੜੇ ਕਾਲਜ ਬੰਦ ਹੋਏ ਨੇ, 3 ਕਾਲਜ ਬੰਦ ਹੋਏ ਆ, ਇਹ ਵੀ ਪਹਿਲੀ ਵਾਰੀ ਹੋਇਆ। ਕੋਈ ਵੀ ਰੀਜ਼ਨ ਹੋ ਸਕਦਾ ਵਿੱਚ ਸਾਡੇ ਕੰਟਰੋਲ 'ਚ ਨਹੀਂ ਹੈਗਾ। ਸਾਡੇ ਕੰਟਰੋਲ ਸਿਰਫ ਇਹ ਦੇਖਣਾ ਹੈ ਕਿ ਅਸੀਂ ਜਿਹੜੇ ਕਾਲਜ ਨੂੰ ਰਿਕਮੈਂਡ ਕੀਤਾ ਕਿ ਉਹਦੇ ਕੋਲ DLI ਲਾਇਸੈਂਸ ਸੀਗਾ। DLI ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਦਾ ਲਾਇਸੈਂਸ ਹੁੰਦਾ ਹੈ, ਜਿਹੜੀ ਕਿ ਕੈਨੇਡੀਅਨ ਗਵਰਨਮੈਂਟ ਇਸ਼ੂ ਕਰਦੀ ਹੈ ਇੱਕ ਪਾਰਟਿਕੂਲਰ ਕਾਲਜ ਨੂੰ, ਕਿ ਕੱਲ ਨੂੰ ਇੰਟਰਨੈਸ਼ਨਲ ਸਟੂਡੈਂਟ ਉੱਥੇ ਅਪਲਾਈ ਕਰ ਸਕਦੇ ਹਨ। ਸੋ ਅਸੀਂ DLI ਲਾਇਸੈਂਸ ਬੇਸਿਸ ਤੇ ਅਸੀਂ ਰਿਕਮੈਂਡ ਕੀਤਾ ਸੀਗਾ। ਉਹ ਕਾਲਜ ਅਨਫੋਰਚੂਨੇਟਲੀ ਬੰਦ ਹੋ ਗਿਆ, ਜਿਹਦੇ ਕਰਕੇ ਇਹ ਸਾਰਾ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ। ਔਰ ਹੁਣ ਵੀ ਜਸਮੀਤ ਜੀ, ਜਦੋਂ ਬੱਚੇ ਜਿਹੜੇ ਹੈਗੇ ਆ ਉਧਰ ਉਹਨਾਂ ਨੂੰ ਟੈਨਸ਼ਨ ਆ ਰਹੀ ਹੈਗੀ ਆ, ਜਦੋਂ ਤੁਹਾਨੂੰ ਕੰਟੈਕਟ ਕਰਦੇ ਆ, ਤੁਸੀਂ ਉਹਨੂੰ ਫਿਰ ਈਸਟ ਜ਼ੋਨ 'ਚ ਲੈ ਕੇ ਉਹਨਾਂ ਬੱਚਿਆਂ ਨੂੰ ਕਾਉਂਸਲ ਕਰਦੇ ਹੋ ਔਰ ਉਹਨਾਂ ਦੀ ਹੈਲਪ ਕਰਨ ਦੇ ਲਈ ਮਤਲਬ ਜਿੰਨੀ ਤੁਸੀਂ ਕਰ ਸਕਦੇ ਹੋ ਕਰ ਰਹੇ ਹੋ? ਦੇਖੋ ਜੀ, ਅਸੀਂ ਐਂਡ ਟੂ ਐਂਡ ਪੂਰੀ ਹੈਲਪ ਕਰ ਰਹੇ ਹਾਂ। ਪਹਿਲੇ ਤੇ ਸਭ ਤੋਂ ਪਹਿਲਾਂ ਅਸੀਂ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਅਸੀਂ ਕੌਗਨੀਸੈਂਟ ਹਾਂ ਇਸ ਗੱਲ ਦੇ ਕਿ ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਦਾ ਟਾਈਮ ਦਾ ਨੁਕਸਾਨ ਹੋਇਆ, ਉਹਨਾਂ ਦੇ ਪੈਸੇ ਦਾ ਨੁਕਸਾਨ ਹੋਇਆ, ਕਈਆਂ ਨੇ ਇੰਟਰਸਟ ਤੇ ਪੈਸੇ ਲਏ ਨੇ, ਬਿਲਕੁਲ ਇਹ ਗੱਲ ਸਮਝਦੇ ਹਾਂ। ਬਟ ਉਹ ਕਹਿੰਦੇ ਕੁਝ ਬਿਯੋਂਡ ਸਾਡੇ ਕੰਟਰੋਲ, ਕਿਉਂਕਿ ਉੱਥੇ ਬੱਚਿਆਂ ਨੇ ਫੀਸ ਦੇਣ ਤੋਂ ਬਾਅਦ ਕਾਲਜ ਨੇ ਪੜ੍ਹਾਈ ਵੀ ਸ਼ੁਰੂ ਕਰਤੀ ਸੀ, ਵਿੱਚ ਕੋਵਿਡ ਹੋ ਗਿਆ, ਵੀਜ਼ਾ ਡਿਲੇ ਹੋ ਗਏ, ਐਂਡ ਫਾਈਨਲੀ ਪਿਛਲੀ ਜਨਵਰੀ 'ਚ ਉਹਨਾਂ ਨੇ ਆਪਣੇ ਆਪ ਨੂੰ ਦਿਵਾਲੀਆ ਵੀ ਕਰ ਲਿਆ। ਸੋ ਇਹ ਇੱਦਾਂ ਦੀ ਚੀਜ਼ ਸੀ ਜਿਹੜੇ ਸਾਡੇ ਕੰਟਰੋਲ 'ਚ ਨਹੀਂ ਸੀ, ਪਹਿਲੀ ਗੱਲ। ਦੂਸਰੀ ਗੱਲ, ਅਸੀਂ ਹੁਣ ਬੱਚਿਆਂ ਨੂੰ ਕਿੱਦਾਂ ਇਹਨੂੰ ਸੈਟਲ ਕਰੀਏ। ਸੋ ਸੈਟਲ ਕਰਨ ਲਈ ਬੱਚੇ ਕਿਉਂਕਿ ਥੋੜਾ ਜਿਹਾ ਪਰੇਸ਼ਾਨ ਸੀ, ਪ੍ਰਾਈਵੇਟ ਇੰਸਟੀਚਿਊਟ ਸੀਗਾ, ਕਿਊਬੈਕ 'ਚ ਅਸੀਂ ਨਹੀਂ ਜਾਣਾ ਚਾਹੁੰਦੇ, ਅਸੀਂ ਉਹਨਾਂ ਨੂੰ ਇੱਕ ਆਪਸ਼ਨ ਲਿਆ ਕੇ ਦਿੱਤੀ ਐਲਬਰਟਾ ਦੇ ਵਿੱਚ, ਜੋ ਕਿ ਇੱਕ ਇੱਦਾਂ ਦਾ ਪ੍ਰੋਵਿੰਸ ਹੈ ਜਿਹੜਾ ਕਿ ਜਿੱਥੇ ਪੋਪੂਲੇਸ਼ਨ ਵੀ ਘੱਟ ਹੈ, ਵੈਦਰ ਵੀ ਅੱਛਾ ਹੈ, BC ਦੇ ਬਾਰਡਰ ਤੇ ਹੈਗਾ, ਫਿਰ ਤੁਹਾਡਾ ਉੱਥੇ ਮਿਨੀਮਮ ਵੇਜ ਸਿਸਟਮ ਵੀ ਬੈਟਰ ਹੈ, ਫਿਰ ਬੱਚਾ ਉੱਥੇ ਹੈਂਡਸ ਔਨ ਐਕਸਪੀਰੀਅੰਸ, ਕਿਉਂਕਿ ਜਿਹੜਾ ਕਾਲਜ ਅਸੀਂ ਰਿਕਮੈਂਡ ਕਰ ਰਹੇ ਹਾਂ ਉਹ ਪੋਲੀਟੈਕਨੀਕਲ ਕਾਲਜ ਹੈ, ਨਾਰਥਰਨ ਵੈਸਟਰਨ ਨਾਮ ਹੈ ਉਹਦਾ, ਔਰ ਪਬਲਿਕ ਇੰਸਟੀਚਿਊਟ ਹੈ, ਮਤਲਬ ਪਬਲਿਕ ਮਤਲਬ ਸਰਕਾਰੀ ਕਾਲਜ ਹੈ, ਸਰਕਾਰੀ ਕਹਾਂਗਾ ਕਿ ਗਵਰਨਮੈਂਟ ਜਿਹੜੀ ਉਹਨੂੰ ਫੰਡ ਕਰਦੀ ਹੈ, ਰਾਈਟ? ਸੋ ਅਸੀਂ ਉਹ ਆਪਸ਼ਨ ਲੈ ਕੇ ਆਏ ਹਾਂ ਬੱਚੇ ਲਈ ਕਿ ਉੱਥੇ ਅਪਲਾਈ ਕਰੇ, ਔਰ ਉਸ ਤੋਂ ਉੱਪਰ ਜਿਹੜੀ ਵਧੀਆ ਚੀਜ਼ ਹੈ, ਅਸੀਂ ਉਹਨਾਂ ਕੋਲ ਕੋਈ ਵੀ ਪੈਸਾ ਚਾਰਜ ਨਹੀਂ ਕਰ ਰਹੇ। ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ, ਵੀਜ਼ਾ ਕਾਲਜ ਦੀ ਐਪਲੀਕੇਸ਼ਨ ਫੀ ਹੈ ਉਹ ਵੇਵਡ ਹੈ ਜੀ ਬੱਚਿਆਂ ਨੂੰ ਉਸ ਕਾਲਜ ਨਵੇਂ ਕਾਲਜ ਅਪਲਾਈ ਕਰਨ ਲਈ। ਉਸ ਤੋਂ ਬਾਅਦ ਪਹਿਲੇ ਸਾਲ ਦੀ ਫੀਸ ਉਹ ਵੀ ਵੇਵਡ ਹੈ, 1 ਰੁਪਿਆ ਵੀ ਬੱਚੇ ਨੂੰ ਨਹੀਂ ਦੇਣਾ ਪਏਗਾ।
ਤੀਸਰਾ ਜਿਹੜੀ ਸੈਕੰਡ ਈਅਰ ਦੀ ਫੀਸ ਵੀ ਹੈ ਉਹਦੇ 'ਚ ਵੀ ਅਸੀਂ ਉਹਨਾਂ ਨੂੰ ਡਿਸਕਾਊਂਟ ਦੇ ਰਹੇ ਹਾਂ, ਕਰੀਬਨ $3000 ਤੋਂ $5000 ਦਾ ਡਿਸਕਾਊਂਟ ਬੱਚੇ ਨੂੰ ਮਿਲ ਰਿਹਾ ਹੈ, ਠੀਕ ਹੈ ਜੀ। ਚੌਥਾ ਉਹਨਾਂ ਦੀ ਜਿਹੜੀ ਵੀਜ਼ਾ ਫੀ ਹੈ ਜਿਹੜੀ ਉਹਨਾਂ ਨੂੰ ਦੇਣੀ ਉਹ ਵੀ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਫੇਵਰ ਕਰ ਰਹੇ ਹਾਂ। ਲਾਸਟ ਬਟ ਨਾਟ ਲੀਸਟ ਕਿਸੇ ਦਾ ਅਗਰ ਆਇਲਸ ਐਕਸਪਾਇਰ ਹੋ ਗਿਆ ਉਹ ਵੀ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਕਰਾ ਰਹੇ ਹਾਂ। ਔਰ ਸਿਰਫ ਇਹ ਸਾਡੇ ਬੱਚਿਆਂ ਲਈ ਨਹੀਂ ਆਇਲਸ ਦਾ ਅਸੀਂ ਬਾਹਰ ਦੇ ਵੀ ਜਿਹੜੇ ਕਿਊਬੈਕ ਬੱਚੇ ਜਿਨ੍ਹਾਂ ਨੇ ਜਿਹੜੇ ਕਿ ਕਿਸੇ ਹੋਰ ਏਜੰਟ ਦੇ ਥਰੂ ਅਪਲਾਈ ਕੀਤਾ ਸੀ ਉਹਨਾਂ ਨੂੰ ਵੀ ਅਸੀਂ ਫ੍ਰੀ ਆਫ ਕਾਸਟ ਆਇਲਸ ਕਰਾ ਰਹੇ ਹਾਂ ਤਾਂ ਕਿ ਉਹ ਇੱਕ ਵਾਰੀ ਆਪਣਾ ਪੇਪਰ ਦੇਣ ਤੇ ਉਹ ਕਿਤੇ ਨਾ ਕਿਤੇ ਸੈਟਲ ਹੋ। ਕੀ ਕਹਿਣਾ ਚਾਹੋਗੇ ਕਿ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਲਈ ਆਈਡੀਪੀ ਨੇ ਬਾਹਰ ਵੀ ਜਿਹੜਾ ਹੈਗਾ ਆਈਡੀਪੀ ਉਸੇ ਤਰੀਕੇ ਦੇ ਨਾਲ ਹੀ ਤੁਹਾਡੇ ਆਫਿਸਿਸ ਉਸੇ ਤਰੀਕੇ ਨਾਲ ਤੁਹਾਡੇ ਡੈਲੀਗੇਟਸ ਉਹਨਾਂ ਕੰਟਰੀਆਂ 'ਚ ਹੈਗੇ ਆ ਔਰ ਉਹਨਾਂ ਨੂੰ ਕੋਈ ਵੀ ਚਾਹੇ ਉਹਨਾਂ ਨੂੰ ਰੈਜ਼ੀਡੈਂਸ ਦੀ ਪ੍ਰੋਬਲਮ ਹੈ ਚਾਹੇ ਉਹਨਾਂ ਨੂੰ ਉਸ ਤੋਂ ਬਾਅਦ ਵਿੱਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਤਾਂ ਆਈਡੀਪੀ ਹਮੇਸ਼ਾ ਮਤਲਬ ਇਹ ਨਹੀਂ ਹੈ ਕਿ ਇੱਕ ਵਾਰੀ ਜੇ ਤੁਹਾਡੇ ਥਰੂ ਵੀਜ਼ਾ ਲੱਗ ਗਿਆ ਤੇ ਉਹ ਚਲਾ ਗਿਆ ਬੱਚਾ ਬਾਹਰ ਫਲਾਈ ਹੋ ਗਿਆ। ਜਿੱਦਾਂ ਹੁਣ ਤੁਸੀਂ ਪੇਨ ਜਿੱਦਾਂ ਕਹਿ ਰਹੇ ਹੋ ਕਿ ਲੈ ਰਹੇ ਅਸੀਂ ਔਰ ਉਹਨਾਂ ਨੂੰ ਇੱਕ ਕਾਲਜ ਲੱਭ ਕੇ ਦਿੱਤਾ ਉਹਨਾਂ ਦੇ ਲਈ, ਕਿਉਂਕਿ ਕੋਈ ਵੀ ਚੀਜ਼ ਜਦੋਂ ਦੇਖੋ ਇਹ ਤਾਂ ਇੱਕ ਤਰ੍ਹਾਂ ਦਾ ਜਦੋਂ ਕੋਈ ਚੀਜ਼ ਬੰਦ ਹੋ ਜਾਣੀ ਆ ਤੇ ਉਹਦੇ 'ਚ ਤਾਂ ਹੈਲਪਲੈਸ ਔਰ ਕੋਵਿਡ ਦੇ ਵਿੱਚ ਔਰ ਪ੍ਰੈਸ਼ਰ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ। ਸਰ ਦੇਖੋ ਇਹ ਤੇ ਸਾਡਾ ਫਰਜ਼ ਬੰਦਾ ਹੈਗਾ ਔਰ ਤੁਹਾਡੇ ਮੇਰੇ ਵੀ ਬੱਚੇ ਹੈਗੇ ਰਾਈਟ, ਉਹਨਾਂ ਨੇ ਵੀ ਕੱਲ ਨੂੰ ਬਾਹਰ ਪੜਨ ਜਾਣਾ ਹੈ। ਸੋ ਇਹ ਤੇ ਬਹੁਤ ਜ਼ਰੂਰੀ ਹੈ ਕਿ ਕੰਪਨੀ ਸਿਰਫ ਇੱਕ ਵਾਰੀ ਕੰਮ ਨਾ ਕਰੇ, ਅੱਗੇ ਵੀ ਬੱਚਿਆਂ ਨੂੰ ਕੋਈ ਅਸਿਸਟੈਂਸ ਚਾਹੀਦੀ ਉਹ ਕਰੇ। ਉਹਦੇ ਲਈ ਸਾਡੀ ਇੱਕ ਔਨਸ਼ੋਰ ਟੀਮ ਹੈ ਜਿਹੜੀ ਪਾਰਟਿਕੂਲਰ ਕੰਟਰੀ ਵਿੱਚ ਪ੍ਰੈਜ਼ੈਂਟ ਹੁੰਦੀ ਹੈ ਜੀ। ਜਿੱਦਾਂ ਅਗਰ ਮੈਂ ਗੱਲ ਕਰਾਂ ਕੈਨੇਡਾ ਦੀ ਤੇ ਉੱਥੇ ਔਨਸ਼ੋਰ ਟੀਮ ਹੈ, ਉੱਥੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਅਸਿਸਟੈਂਸ ਚਾਹੀਦੀ ਉਹ ਪ੍ਰੋਵਾਈਡ ਕਰਦੀ ਹੈ। ਸਰ ਕੀ ਤੁਹਾਡਾ ਮੈਸੇਜ ਰਹੂਗਾ ਕਿਉਂਕਿ ਅੱਜ ਪੇਰੈਂਟਸ ਸਾਰੇ ਜਿਹੜੇ ਹੈਗੇ ਆ ਉਹ ਬੜੇ ਘਬਰਾਏ ਜਿਹੇ ਪਏ ਹੈਗੇ ਆ, ਇੱਕ ਖਾਸ ਕਰਕੇ ਕਾਲਜ ਬੰਦ ਹੋਣ ਤੋਂ ਬਾਅਦ ਉਹਨਾਂ ਦਾ ਮਨੋਬਲ ਬੜਾ ਗਿਰਿਆ ਹੋਇਆ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਵੀ ਕਿਤੇ ਸਾਡੇ ਵੀ ਜਿਹੜੇ ਬੱਚੇ ਹੁਣ ਵੀ ਕਾਲਜਾਂ 'ਚ ਹੈਗੇ ਆ ਕਿਤੇ ਉਹ ਵੀ ਕਾਲਜ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ। ਕੀ ਕਹਿਣਾ ਚਾਹੋਗੇ, ਕਿਵੇਂ ਤੁਸੀਂ ਉਹਨਾਂ ਨੂੰ ਮਤਲਬ ਹੌਸਲਾ ਦੇਣਾ ਚਾਹੋਗੇ ਔਰ ਪ੍ਰਮਾਤਮਾ ਨੇ ਜਿਵੇਂ ਚਲੋ ਇਹ ਤਾਂ ਜਨਵਰੀ ਦਾ ਸੀ ਪ੍ਰੋਬਲਮ ਇੱਕ ਕੁਦਰਤੀ ਆਫਤ ਵਾਲੀ ਆਪਾਂ ਗੱਲ ਕਹਿ ਸਕਦੇ। ਦੇਖੋ ਜੀ ਸਭ ਤੋਂ ਪਹਿਲਾਂ ਤੇ ਜਿਹਨੂੰ ਗੱਲ ਕਹਿੰਦੇ ਨਾ ਕਿ ਟਰਸਟ ਜਿਹੜਾ ਕ੍ਰੀਏਟ ਹੁੰਦਾ ਨਾ ਉਹ ਜਾਂ ਤੇ ਆਪਾਂ ਪਿਛਲੀ ਗੱਲ ਦੇਖ ਕੇ ਕਰਦੇ ਆ ਰਾਈਟ। ਤੁਸੀਂ ਇਹ ਦੇਖੋ ਜਿਹੜਾ ਮੈਂ ਗੱਲ ਕੀਤੀ ਕਿ 5 ਲੱਖ ਬੱਚਾ ਅਸੀਂ ਭੇਜਿਆ, 5 ਲੱਖ ਨੰਬਰ ਹੁੰਦਾ ਹੈ ਇੱਕ ਰਾਈਟ। ਇੰਨਾ ਬੱਚਾ ਅਗਰ ਆਈਡੀਪੀ ਦੇ ਥਰੂ ਜਾ ਕੇ ਸੈਟਲ ਹੋਇਆ ਹੈ ਦੈਨ ਡੈਫੀਨਿਟਲੀ ਆਈਡੀਪੀ ਅੱਛਾ ਰਿਕਮੈਂਡੇਸ਼ਨ ਦਿੰਦੀ ਹੋਏਗੀ। ਸੈਕੰਡ ਤੁਸੀਂ ਆਨਲਾਈਨ ਜਿੰਨੇ ਵੀ ਟੈਸਟੀਮੋਨੀਜ਼ ਬੱਚੇ ਦੀ ਦੇਖੋ ਜਿਹੜੇ ਕਿ ਬੱਚਿਆਂ ਨੇ ਆਪ ਪਾਈ ਹੋਈ ਹੈ ਕੰਪਨੀ ਬਾਰੇ ਰਾਈਟ ਕਿ ਸਾਨੂੰ ਬੜਾ ਟ੍ਰਾਂਸਪੇਰੈਂਟ ਪ੍ਰੋਸੈਸ ਲੱਗਦਾ, ਪੂਰਾ ਐਂਡ ਟੂ ਐਂਡ ਪ੍ਰੋਸੈਸ ਉਹਨਾਂ ਨੇ ਬਿਲਕੁਲ ਸਾਡੇ ਸਾਹਮਣੇ ਕੀਤਾ, ਹਰ ਤਰੀਕੇ ਨਾਲ ਰਿਕਮੈਂਡੇਸ਼ਨ ਅੱਛੀ ਕੀਤੀ। ਆਈ ਥਿੰਕ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸੈਟੀਸਫੈਕਸ਼ਨ ਹੈ ਕਿ ਹਾਂ ਮੈਂ ਫਿਰ ਜਾ ਕੇ ਮੋੜ ਆਈਡੀਪੀ ਤੋਂ ਅਪਲਾਈ ਕਰਾਂ। ਮੈਂ ਫਿਰ ਵੀ ਕਹਿਣਾ ਚਾਹਾਂਗਾ ਸਪੈਸ਼ਲੀ ਜਿਹੜੇ ਸਟੂਡੈਂਟਸ ਕਿਊਬੈਕ ਵਾਲੇ ਨੇ ਜਿਹੜੇ ਕੀ ਹੈ ਯੂਨੀਵਰਸਿਟੀ ਵਿੱਚ ਜਾਂ ਕਾਲਜ 'ਚ ਅਪਲਾਈ ਕਰਨਗੇ, ਅਗਰ ਇਨ ਕੇਸ ਔਰ ਇੱਕ ਐਡੀਸ਼ਨਲ ਫੇਵਰ ਆਈਡੀਪੀ ਦੇ ਰਹੀ ਹੈ, ਅਗਰ ਇਨ ਕੇਸ ਅਗਰ ਉਹਨਾਂ ਦਾ ਕਾਲਜ ਦੇ ਵਿੱਚ ਆਫਰ ਐਕਸੈਪਟ ਨਹੀਂ ਹੁੰਦਾ ਜਾਂ ਫਿਰ ਉਹਨਾਂ ਦੀ ਕੱਲ ਨੂੰ ਵੀਜ਼ਾ ਨਹੀਂ ਲੱਗਦਾ, ਉਸ ਕੇਸ ਦੇ ਵਿੱਚ ਆਈਡੀਪੀ ਜਿਹੜੀ ਹੈ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਣ ਨੂੰ ਤਿਆਰ ਹੈ। ਸੋ ਜਿਹੜੇ ਬੱਚਾ ਨੇ ਪੈਸਾ ਖਰਚਿਆ ਸੀ ਕਿਊਬੈਕ ਦੇ ਵਿੱਚ ਉਹ ਪੈਸਾ ਉਹਦੇ ਉਨਾ ਹੀ ਪੈਸਾ ਅਸੀਂ ਵਾਪਸ ਉਹਨਾਂ ਨੂੰ ਐਜ਼ ਐਨ ਫਾਈਨੈਂਸ਼ੀਅਲ ਅਸਿਸਟੈਂਸ ਐਜ਼ ਐਨ ਮੋਰਲ ਆਬਲੀਗੇਸ਼ਨ ਕਹਿ ਲਓ, ਐਜ਼ ਐਨ ਗੁੱਡਵਿਲ ਗੈਸਚਰ ਕਹਿ ਲਓ, ਅਸੀਂ ਉਹਨਾਂ ਨੂੰ ਆਪਣੇ ਵੱਲੋਂ ਅਸਿਸਟ ਕਰਾਂਗੇ। ਸਰ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹੁਣ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਹੈਡ ਦੇ ਨਾਲ ਆਈਡੀਪੀ ਦੇ ਵਿੱਚ ਹੀ। ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਫॉर ਕਮਿੰਗ। ਵੀਰ ਜੀ ਕਿਹੜੀ ਇਨਟੇਕ ਜਿਹੜੀ ਹੈਗੀ ਹੁਣ ਖੁੱਲੀ ਹੈਗੀ ਆ ਔਰ ਕਿਵੇਂ ਬੱਚੇ ਜਿਹੜੇ ਹੈਗੇ ਹੁਣ ਅਪਲਾਈ ਕਰ ਸਕਦੇ ਆਈਡੀਪੀ ਦੇ ਥਰੂ? ਜਿਹੜੇ ਵੀ ਕਿਊਬੈਕ ਇਫੈਕਟਡ ਸਟੂਡੈਂਟਸ ਹੈ ਇਹਨਾਂ ਨੂੰ ਅਸੀਂ ਨਾਰਥ ਵੈਸਟਰਨ ਯੂਨੀਵਰਸਿਟੀ ਦੇ ਵਿੱਚ ਫਾਲ ਇਨਟੇਕ ਲਈ ਐਡਮਿਸ਼ਨ ਲਈ ਸੁਜੈਸਟ ਕਰ ਲਈ ਐਂਡ ਕੁਝ ਸਟੂਡੈਂਟਸ ਦੇ ਆਲਰੇਡੀ ਆਇਲਸ ਐਕਸਪਾਇਰਡ ਨੇ ਐਂਡ ਅਸੀਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਉਹਨਾਂ ਦੀ ਜਿਹੜੀ ਵੀ ਐਗਜ਼ਾਮ ਦੀ ਜੋ ਫੀਸ ਹੈ ਉਹ ਆਈਡੀਪੀ ਪੇ ਕਰੇਗਾ ਐਂਡ ਉਹ ਆਪਣੀ ਤਿਆਰੀ ਕਰਨ ਤੇ ਐਗਜ਼ਾਮ ਦੇਣ। ਫਿਲਹਾਲ ਇਮੀਡੀਏਟਲੀ ਉਹ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਐਡਮਿਸ਼ਨ ਲਈ ਇਸ ਫਾਲ ਇਨਟੇਕ। ਕੀ ਕਹਿਣਾ ਚਾਹੋਗੇ ਕਿ ਇੱਕ ਵਾਰੀ ਨਾ ਥੋੜਾ ਜਿਹਾ ਮਤਲਬ ਮਨ ਉਦਾਸ ਨੇ ਬੱਚਿਆਂ ਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਦੁਨੀਆ ਜਿਹੜੀ ਸਾਰੀ ਇੱਕਦਮ ਅੰਧੇਰਾ ਆ ਗਿਆ। ਕੀ ਕਹਿਣਾ ਚਾਹੋਗੇ ਕਿ ਆਈਡੀਪੀ ਹਰ ਚੀਜ਼ ਨੂੰ ਸਮਝਦੀ ਆ, ਆਈਡੀਪੀ ਉਹਨਾਂ ਦੇ ਦੁੱਖਾਂ ਦੇ ਮਲਮ ਲਾਊਗੀ, ਉਹਨਾਂ ਲੋਕਾਂ ਨੂੰ ਇਹ ਇਦਾਂ ਨਹੀਂ ਛੱਡੂਗੀ ਵੀ ਉਹ ਬੱਚੇ ਜਿਹੜੇ ਆਈਡੀਪੀ ਦੇ ਨਾਲ ਅਟੈਚ ਹੋਏ ਆ ਉਹਨਾਂ ਦਾ, ਕਿਉਂਕਿ 5 ਲੱਖ ਬੱਚਾ ਜੇ ਪਹਿਲਾਂ ਜਾ ਚੁੱਕਿਆ ਹੈਗਾ ਤਾਂ ਹੁਣ ਵੀ ਆਈਡੀਪੀ ਜਿਹੜੀ ਹੈਗੀ ਖੜੀ ਆ ਸਟੂਡੈਂਟਸ ਦੇ ਨਾਲ। ਇਹ ਨਹੀਂ ਕਿ ਸਟੂਡੈਂਟਸ ਦੀ ਬਾਂਹ ਛੱਡੂਗੀ। ਨਹੀਂ ਜੀ ਆਈਡੀਪੀ ਬਿਲਕੁਲ ਉਹਨਾਂ ਦਾ ਬਾਹਰ ਨਹੀਂ ਛੱਡ ਰਿਹਾ। ਇਹ ਸਟੂਡੈਂਟਸ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਵੀਜ਼ਾ ਦਾ ਐਂਡ ਇਨ ਬਿਟਵੀਨ ਕੁਝ ਇਹਦਾ ਰਿਜੈਕਟ ਹੋ ਗਈ ਐਂਡ ਹਾਈ ਕਮਿਸ਼ਨ ਨੇ ਵੀ ਬਹੁਤ ਜ਼ਿਆਦਾ ਟਾਈਮ ਲਾਇਆ, 1 ਸਾਲ 1.5 ਸਾਲ ਲਾਇਆ ਐਂਡ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਆਲਰੇਡੀ ਉੱਥੇ ਕੇਸ ਚੱਲ ਰਿਹਾ ਸੀ, ਐਜੀਟੇਸ਼ਨਸ ਚੱਲ ਰਹੇ ਸੀ ਕੈਨੇਡਾ ਦੇ ਵਿੱਚ
ਐਂਡ ਰੀਸੈਂਟਲੀ ਇਹਨਾਂ ਨੇ ਪਿਛਲੇ 1-2 ਮਹੀਨੇ ਤੋਂ ਸਾਡੇ ਕੋਲ ਆਉਣਾ ਸ਼ੁਰੂ ਕੀਤਾ ਕਿ ਤੁਸੀਂ ਵੀ ਹੈਲਪ ਕਰੋ। ਇਨ ਬਿਟਵੀਨ ਵੀ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਕੋਈ ਆਲਟਰਨੇਟਿਵ ਆਪਸ਼ਨ ਮਿਲੇ, ਬਟ ਕਿਉਂਕਿ ਉੱਥੋਂ ਕੋਈ ਆਊਟਪੁੱਟ ਨਹੀਂ ਆ ਰਹੀ ਸੀ। ਹੁਣ ਉੱਥੇ ਜਿਹੜਾ ਉਹ ਸਪੈਸੀਫਿਕ ਕਾਲਜ ਸੀ ਉਹ ਹੋਰ ਕਿਸੇ ਕੰਪਨੀ ਨੂੰ ਸੇਲ ਹੋ ਗਿਆ। ਜਿਹੜੇ ਤਾਂ ਬੱਚੇ ਉੱਥੇ ਪੜ੍ਹ ਰਹੇ ਸੀ ਉਹਨਾਂ ਨੇ ਤਾਂ ਪੜ੍ਹਾਈ ਸ਼ੁਰੂ ਕਰ ਲਈ ਆਪਣੀ, ਠੀਕ ਹੈ ਜੀ। ਜਿਹੜੇ ਇੱਥੇ ਰਹਿ ਗਏ ਸੀ ਜਿਨ੍ਹਾਂ ਦੀ ਰਿਜੈਕਸ਼ਨ ਆਈ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਰੀਅਪਲਾਈ ਕਰੋ ਸਾਡੇ ਕਾਲਜ ਦੇ ਵਿੱਚ, ਐਂਡ ਬੱਚਿਆਂ ਨੂੰ ਇੰਨਾ ਕੌਨਫੀਡੈਂਸ ਨਹੀਂ ਹੈਗਾ ਕਿ ਉਹਦੇ 'ਚੋਂ ਨਹੀਂ ਕਰਨਾ ਚਾਹੁੰਦੇ। ਸੋ ਇਸ ਕਰਕੇ IDP ਨੇ ਸਟੈਪ ਇੱਕ ਹੈਡ ਕੀਤਾ ਤੇ ਉਹਨਾਂ ਬੱਚਿਆਂ ਲਈ ਇੱਕ ਨਵੀਂ ਯੂਨੀਵਰਸਿਟੀ ਲੱਭੀ ਜੋ ਐਲਬਰਟਾ ਦੇ ਵਿੱਚ ਹੈ, ਐਂਡ ਉਹਦੇ ਵਿੱਚ ਬੱਚਿਆਂ ਦੀ ਐਡਮਿਸ਼ਨਸ ਕਰਾ ਰਹੇ ਆ ਜਿਵੇਂ ਕਿ ਦੱਸਿਆ। ਐਂਡ ਪਹਿਲੇ ਸਾਲ ਦੀ ਕੋਈ ਫੀਸ ਨਹੀਂ ਉਹਨਾਂ ਦੀ, ਐਂਡ ਦੂਸਰੇ ਸਾਲ ਦੇ ਵਿੱਚ ਵੀ ਉਹਨਾਂ ਦਾ 3000 to 5000 ਦਾ ਡਿਸਕਾਊਂਟ ਹੈਗਾ, ਐਂਡ ਇਹ ਤਕਰੀਬਨ $20,000 ਬਣ ਜਾਂਦਾ ਹੈ। ਐਂਡ ਜਿਹੜਾ ਉਹਨਾਂ ਨੇ ਉੱਥੇ ਪੇ ਕੀਤਾ ਸੀ ਪਹਿਲਾਂ ਕਿਊਬੈਕ ਕਾਲਜ ਦੇ ਵਿੱਚ ਉਹ ਅਰਾਊਂਡ 14 ਜਾਂ $15,000 ਸੀ। ਨਾਓ IDP ਨੂੰ ਆਫਰ ਕਰ ਰਿਹਾ ਜਿੰਨੇ ਵੀ ਸਟੂਡੈਂਟਸ ਹੈ ਜੋ ਸਾਡੇ ਥਰੂ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਕਿ ਤੁਸੀਂ ਸਾਡੇ ਕੋਲ ਆਓ, ਅਪਲਾਈ ਕਰੋ। ਐਡਮਿਸ਼ਨ ਦੇ ਵਿੱਚ ਜੇ ਕਿਸੇ ਕਾਰਨ ਤੁਹਾਡੀ ਐਡਮਿਸ਼ਨ ਨਹੀਂ ਹੁੰਦੀ ਆਉਣ ਵਾਲੇ ਇਨਟੇਕ ਦੇ ਵਿੱਚ, IDP ਨਹੀਂ ਕਰਾ ਪਾਉਂਦਾ, ਤੇ ਤੁਹਾਨੂੰ ਪੂਰੀ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਊਗੀ ਇਕੁਅਲ ਟੂ ਦੀ ਅਮਾਊਂਟ ਜੋ ਤੁਸੀਂ ਕਿਊਬੈਕ ਕਾਲਜ ਨੂੰ ਪੇ ਕੀਤੀ ਸੀ ਐਜ਼ ਅ ਹੈਲਪ, ਠੀਕ ਹੈ ਜੀ। ਐਂਡ ਜੇ ਬੱਚੇ ਦਾ ਆਫਰ ਆ ਜਾਂਦਾ ਹੈ ਤੇ ਆਪਾਂ ਵੀਜ਼ਾ ਪ੍ਰੋਸੈਸ ਕਰਦੇ ਹਾਂ ਤਾਂ ਉਹ ਮੋਸਟਲੀ ਆਪਾਂ ਫਾਲ ਇਨਟੇਕ ਲਈ ਟਰਾਈ ਕਰਾਂਗੇ ਜਾਂ ਜੋ ਵੀ ਫਿਊਚਰ ਇਨਟੇਕ ਹੋਊਗਾ। ਐਂਡ ਇਨ ਕੇਸ ਉਸ ਟਾਈਮ ਤੇ ਵੀ ਜੇ ਬੱਚੇ ਦਾ ਵੀਜ਼ਾ ਨਹੀਂ ਆਉਂਦਾ ਫਿਰ ਵੀ ਆਪਾਂ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ, ਰਾਈਟ। ਐਂਡ ਜੇ ਬੱਚੇ ਦਾ ਵੀਜ਼ਾ ਆਉਂਦਾ ਜੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚਿਆਂ ਦਾ ਆਵੇ, ਉਸ ਕੇਸ ਦੇ ਵਿੱਚ ਬੱਚਾ ਆਪਣਾ ਕੈਨੇਡਾ ਚਲੇ ਜਾਊਗਾ। ਟਾਈਮ ਆਫ ਐਪਲੀਕੇਸ਼ਨ ਔਨ ਦੀ ਐਮਬੈਸੀ ਦੀ ਫੀਸ ਹੋਊਗੀ, ਆਇਆ ਕੋਈ ਹੋਰ ਐਡੀਸ਼ਨਲ ਐਪਲੀਕੇਸ਼ਨ ਫੀਸ ਹੈ ਉਹ ਸਾਰਾ IDP ਪੇ ਕਰੂਗਾ। ਐਂਡ ਉਹਨਾਂ ਨੂੰ ਆਪਾਂ ਪੂਰੀ ਹੈਲਪ ਕਰਾਂਗੇ ਪ੍ਰੋਪਰ ਐਮਬੈਸੀ ਨੂੰ ਲੈਟਰ ਲਿਖਣ ਦੇ ਵਿੱਚ, SOP ਲਿਖਣ ਦੇ ਵਿੱਚ ਕਿ ਉਹਨਾਂ ਦਾ ਪੂਰਾ ਕੇਸ ਐਕਸਪਲੇਨ ਕੀਤਾ ਜਾਵੇ ਐਂਡ ਉਹਨਾਂ ਨੂੰ ਵੀਜ਼ਾ ਦੇਣ ਦੀ ਰਿਕੁਐਸਟ ਕਰਾਂਗੇ। ਥੈਂਕ ਯੂ ਥੈਂਕ ਯੂ। from Canada, Nipsing University and at IDP office Ludhiana. Pardon, sir. Thank you for the opportunity. My name is Laura Solano and I am representing Nipsing University in a tour in India. And it has been a pleasure being here this morning, visiting our partners from IDP Ludhiana. And I want to thank you for the opportunity. You have a great team and we met beautiful and wonderful students this morning. Thank you. Thank you and welcome to Ludhiana. Pardon, sir. ਸਤਿ ਸ਼੍ਰੀ ਅਕਾਲ, ਮੈਂ ਹਿਮਾਨੀ ਗੁਪਤਾ ਫਰਮ ਨਿਪਸਿੰਗ ਯੂਨੀਵਰਸਿਟੀ ਤੋਂ ਨਾਰਥ ਇੰਡੀਆ ਨੂੰ ਮੈਂ ਦੇਖਦੀ ਹਾਂ ਔਨ ਬਿਹਾਫ ਆਫ ਨਿਪਸਿੰਗ ਯੂਨੀਵਰਸਿਟੀ। ਵੀ ਹੈਵ Laura with us from Canada. She is the manager international recruitment for India. ਤੇ ਆਪਾਂ ਗੱਲ ਕਰਦੇ ਹਾਂ ਨਿਪਸਿੰਗ ਯੂਨੀਵਰਸਿਟੀ ਦੇ ਬਾਰੇ। ਸੋ ਨਿਪਸਿੰਗ ਯੂਨੀਵਰਸਿਟੀ ਜਿਹੜੀ ਲੋਕੇਟਡ ਹੈ ਇਹ ਹੈਗੀ ਨਾਰਥ ਬੇ ਓਨਟਾਰੀਓ ਕੈਨੇਡਾ ਵਿੱਚ। ਸੋ ਜਦੋਂ ਆਪਾਂ ਨਾਰਥ ਬੇ ਦੀ ਗੱਲ ਕਰਦੇ ਹਾਂ ਇਟਸ ਨੀਅਰ ਬਾਈ ਟੂ ਟੋਰੰਟੋ ਐਂਡ ਓਟਾਵਾ, ਐਂਡ ਜਿਹੜੀ ਜਰਨੀ ਹੈਗੀ ਆ ਟੋਰੰਟੋ ਤੇ ਓਟਾਵਾ ਤੇ ਇਟਸ 3.5 ਆਵਰਸ ਫਰਮ ਦੇਰ। ਸੋ ਸਾਡੇ ਕੋਲ ਹੈਗੀ ਆ ਬੈਚਲਰਸ ਪ੍ਰੋਗਰਾਮ ਵੀ ਹੈ, ਬੈਚਲਰਸ ਦੇ ਬਾਅਦ UG ਸਰਟੀਫਿਕੇਟ ਪ੍ਰੋਗਰਾਮ, PG ਡਿਪਲੋਮਾ ਪ੍ਰੋਗਰਾਮ ਸਾਡੇ ਕੋਲ ਹੈਗੇ ਨੇ ਤੇ ਮਾਸਟਰਸ ਪ੍ਰੋਗਰਾਮਸ ਵੀ ਹੈਗੇ ਨੇ। ਤੇ ਸੈਪਟੰਬਰ ਇਨਟੇਕ 2022 ਤੇ ਜਨਵਰੀ ਇਨਟੇਕ 2023 ਦੇ ਲਈ ਅਸੀਂ ਓਪਨ ਹੈਗੇ ਆ। ਤੁਸੀਂ ਪਲੀਜ਼ ਇੱਥੇ ਆਓ ਤੇ ਅਪਲਾਈ ਕਰੋ। ਤੇ ਅਸੀਂ ਸਾਡੇ ਇੱਥੇ ਆਉਣ ਦਾ IDP ਆਉਣ ਦਾ ਪਰਪਸ ਇਹ ਸੀਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਕਾਊਂਸਲ ਕਰ ਸਕੀਏ ਤੇ ਉਹਨਾਂ ਨੂੰ ਦੱਸ ਸਕੀਏ ਕਿਸ ਟਾਈਪ ਦੇ ਕੋਰਸਿਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਜਦੋਂ ਨਿਪਸਿੰਗ ਯੂਨੀਵਰਸਿਟੀ ਦੇ ਬਾਰੇ ਗੱਲ ਕਰਦੇ ਹਾਂ ਤੇ ਆਪਾਂ ਰੈਂਕ ਨੰਬਰ 1 ਹੈਗੇ ਆ ਕੈਨੇਡਾ ਵਿੱਚ ਰੈਜ਼ੀਡੈਂਸ ਲਾਈਫ ਦੇ ਲਈ, ਫॉर ਦੀ ਸਟੂਡੈਂਟ ਸਪੋਰਟ ਦੇ ਲਈ ਵੀ, ਤੇ ਬੱਚਿਆਂ ਨੂੰ ਬਹੁਤ ਵਧੀਆ ਐਕਸਪੋਜ਼ਰ ਮਿਲਦਾ ਹੈ ਨਿਪਸਿੰਗ ਯੂਨੀਵਰਸਿਟੀ ਵਿੱਚ। ਥੈਂਕ ਯੂ। ਔਰ IDP ਦੇ ਨਾਲ ਤੁਸੀਂ ਕਿੱਦਾਂ ਦੇਖਦੇ ਹੋ, ਕਿਉਂਕਿ 5 ਲੱਖ ਸਟੂਡੈਂਟ ਜਿਹੜਾ ਹੈਗਾ ਇਹਨਾਂ ਨੇ ਆਲਰੇਡੀ ਜਿਹੜਾ ਹੈਗਾ ਉਹਨਾਂ ਨੂੰ ਇੱਕ ਨੈਟਵਰਕ ਦੇ ਚੁੱਕੇ ਨੇ, ਉਹਨੂੰ ਕਿੱਦਾਂ ਦੇਖਦੇ ਹੋ? ਸਰ ਜੇ ਆਪਾਂ IDP ਦੀ ਗੱਲ ਕਰੀਏ ਤੇ IDP ਸਾਡਾ ਆਲਰੇਡੀ ਆਥੋਰਾਈਜ਼ਡ ਪਾਰਟਨਰ ਵਿਦ ਅਸ ਕਰੇ ਤੇ IDP ਇਜ਼ ਹਮੇ ਸਾਡੇ ਲਈ ਬਹੁਤ ਵਧੀਆ ਐਪਲੀਕੇਸ਼ਨਸ ਪ੍ਰੋਵਾਈਡ ਕਰਦਾ ਹੈ, ਸਟੂਡੈਂਟਸ ਲਈ ਬਹੁਤ ਵਧੀਆ ਐਕਸਪੋਜ਼ਰ ਵੀ ਦਿੰਦਾ ਹੈ। ਬਿਕਾਜ਼ ਬੱਚੇ ਜਿਹੜੇ IELTS ਕਰ ਰਹੇ ਹਾਂ, ਠੀਕ ਹੈ, IELTS ਜਿਹੜੀ ਹੁੰਦੀ ਹੈ ਉਹਦੇ ਨਾਲ ਹੀ ਬੱਚੇ SDS ਕੇਸ ਲਈ ਅਪਲਾਈ ਕਰਦੇ ਆ ਟੂ ਦੀ ਕੈਨੇਡਾ। ਸੋ IDP ਦਾ ਬਹੁਤ ਵਧੀਆ ਹੱਥ ਹੈਗਾ ਜਦੋਂ ਆਪਾਂ ਗੱਲ ਕਰਦੇ ਹਾਂ ਕੈਨੇਡਾ ਸਟੱਡੀ ਵੀਜ਼ਾ ਦੇ ਬਾਰੇ। ਪਰ ਕੀ ਕਹਿਣਾ ਚਾਹੋਗੇ ਕਿ 15 ਸਾਲ ਹੋ ਗਏ ਇਹਨਾਂ ਨੂੰ ਇਸ ਫੀਲਡ ਦੇ ਵਿੱਚ, IELTS ਦੇ ਫੀਲਡ ਦੇ ਵਿੱਚ, ਔਰ ਸਾਰਾ ਪੰਜਾਬ ਜਿਹੜਾ ਹੈਗਾ, ਸਾਰੇ ਪੰਜਾਬ ਨੂੰ ਇਹਨਾਂ ਨੇ ਪਹਿਲਾਂ ਗਾਈਡ ਕੀਤਾ ਕਿੱਦਾਂ IELTS ਕਿੱਦਾਂ, ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੂਰਨੇ ਪਾਏ ਉਹਦੇ। ਜੀ ਆਫ ਕੋਰਸ ਸਰ, ਅਸੀਂ ਕਹਿ ਸਕਦੇ ਹਾਂ IDP ਦੇ ਬਿਨਾ ਆਈ ਥਿੰਕ ਇਹ ਚੀਜ਼ ਬਹੁਤ ਘੱਟ ਹੁੰਦੀ। ਹੁਣ IDP ਦਾ ਬਹੁਤ ਵਧੀਆ ਯੋਗਦਾਨ ਹੈਗਾ ਹੈ ਜਦੋਂ ਆਪਾਂ IELTS ਦੀ ਗੱਲ ਕਰਦੇ ਹਾਂ। ਥੈਂਕ ਯੂ ਮੈਡਮ, ਥੈਂਕਸ। Welcome. ਸਰ ਕੀ ਕਹਿਣਾ ਚਾਹੋਗੇ ਅੱਜ ਇਹ ਬੜਾ ਮਤਲਬ ਵਧੀਆ ਸਬਬ ਬਣਿਆ ਹੈਗਾ IDP ਦੇ ਨਾਲ ਤੁਹਾਡਾ ਨਰਸਿੰਗ ਵਾਲੇ ਜਿਹੜੇ ਆਪ ਆਏ ਹੋਏ ਨੇ?
ਹਾਂਜੀ ਬਹੁਤ ਬਹੁਤ ਵੈਲਕਮ ਹੈ ਜੀ ਇਹਨਾਂ ਨੂੰ। ਇਹ ਬੇਸਿਕਲੀ ਇਹ ਜਿਹੜਾ ਇੰਟਰੈਕਸ਼ਨ ਪ੍ਰੋਗਰਾਮ ਹੁੰਦਾ ਅਸੀਂ ਸਟੂਡੈਂਟਸ ਨੂੰ ਬੁਲਾਉਂਦੇ ਆ, ਉਹ ਡਾਇਰੈਕਟਲੀ ਆ ਕੇ ਯੂਨੀਵਰਸਿਟੀ ਨੂੰ ਮਿਲ ਸਕਦੇ ਆ, ਉਹਨਾਂ ਦੀ ਕੋਈ ਵੀ ਕੁਝ ਵੀ ਪੁੱਛਣਾ ਚਾਹਵੇ ਐਡਮਿਸ਼ਨ ਬਾਰੇ ਐਂਡ ਫੀਸ ਬਾਰੇ, ਯੂਨੀਵਰਸਿਟੀ ਬਾਰੇ, ਉੱਥੇ ਸਟੇ ਕਰਨ ਦੇ ਬਾਰੇ, ਕੋਈ ਵੀ ਜਾਣਕਾਰੀ ਉਹਨਾਂ ਨੂੰ ਸਪੈਸੀਫਿਕ ਸਿਟੀ ਬਾਰੇ ਚਾਹੀਦੀ ਉਹ ਆ ਕੇ ਲੈ ਸਕਦੇ ਆ। ਐਂਡ ਇਹ ਬਹੁਤ ਅੱਛਾ ਪਲੇਟਫਾਰਮ ਹੁੰਦਾ ਹੈ ਐਂਡ IDP ਇੱਦਾਂ ਦੇ ਹੀ ਪਲੇਟਫਾਰਮ ਪ੍ਰੋਵਾਈਡ ਕਰਦਾ ਰਹਿੰਦਾ ਐਵਰੀ ਮੰਥ ਆਲ ਦੀ ਸਟੂਡੈਂਟਸ। ਮੈਡਮ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ IDP ਦੇ ਨਾਲ? ਅੱਜ ਅਸੀਂ ਦੇਖ ਰਹੇ ਹਾਂ ਤੁਸੀਂ ਇੱਥੇ ਆਏ ਹੋ, ਵਿਜ਼ਿਟ ਕਰ ਰਹੇ ਹੋ, ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ IDP ਨਾਲ, ਕੀ ਕਹਿਣਾ ਚਾਹੋਗੇ? My name is Harmanpreet Kaur and I have recently completed my studies and then I came into contact with IDP ਤੇ ਇਹ ਬਹੁਤ ਜ਼ਿਆਦਾ ਨਾਈਸ ਨੇ ਤੇ ਸਪੋਰਟਿਵ ਨੇ। ਇਹਨਾਂ ਨੇ ਮੈਨੂੰ ਹਰੇਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਹੈ about the immigration process and without any complication ਮੇਰਾ process start ਹੋਇਆ। then I came into contact with Mr. Gaurav sir ਜੋ ਮੇਰੇ ਕਾਉਂਸਲਰ ਨੇ and ਉਹਨਾਂ ਨੇ ਮੈਨੂੰ ਹਰੇਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਸਮਝਾਈ। they gave me many options about the colleges in Canada and I chose one college and ਮੈਨੂੰ ਉੱਥੋਂ ਆਫਰ ਲੈਟਰ ਹਫਤੇ ਵਿੱਚ ਹੀ ਆ ਗਈ ਸੀ ਤੇ ਮੇਰਾ ਪ੍ਰੋਸੈਸ ਵਿਦਆਊਟ ਐਨੀ ਕੰਪਲਿਕੇਸ਼ਨ ਸਟਾਰਟ ਹੋ ਗਿਆ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਕਿ ਉੱਥੇ ਜਾ ਕੇ ਕਿਵੇਂ ਰਹਿਣਾ ਤੇ ਇੱਥੋਂ ਕਿਵੇਂ ਪ੍ਰੋਸੈਸ ਸਟਾਰਟ ਹੋਊਗਾ ਸਾਰਾ। ਤੇ ਹੁਣ ਮੈਨੂੰ ਮੇਰਾ ਵੀਜ਼ਾ ਮਿਲ ਚੁੱਕਿਆ ਹੈ ਤੇ ਵਿਦਿਨ ਅ ਵੀਕ ਆਈ ਐਮ ਟਰੈਵਲਿੰਗ ਇਨ ਕੈਨੇਡਾ। ਔਰ ਕੀ ਸੋਚਦੇ ਹੋ ਕਿ ਜਦੋਂ ਤੁਸੀਂ ਇੱਥੇ ਪਹਿਲਾਂ ਇਹਨਾਂ ਨੂੰ ਜੁਆਇਨ ਕੀਤਾ ਉਦੋਂ ਦੀ ਪਰਸਨੈਲਿਟੀ ਡਿਵੈਲਪਮੈਂਟ ਤੇ ਹੁਣ ਦੀ ਫਰਕ ਪਿਆ, ਟ੍ਰਾਂਸਫਰਮੇਸ਼ਨ ਜੀ ਆਈ? ਹਾਂਜੀ ਮੈਨੂੰ ਕਾਫੀ ਫਰਕ ਪਿਆ ਬਿਕੋਜ਼ ਉਦੋਂ ਮੈਨੂੰ ਕੁਝ ਨਹੀਂ ਪਤਾ ਸੀ। ਦੈਨ ਇਹਨਾਂ ਨੇ ਮੈਨੂੰ ਸਾਰਾ ਸਮਝਾਇਆ ਵੀ ਇੱਦਾਂ ਸਾਰਾ ਪ੍ਰੋਸੈਸ ਸਟਾਰਟ ਹੁੰਦਾ ਆ ਤੇ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਡਿਫਰੈਂਟ ਸੈਮੀਨਾਰਸ ਵੀ ਅਟੈਂਡ ਕਰਵਾਏ ਜਿੱਥੋਂ ਮੈਨੂੰ ਕਾਫੀ ਜ਼ਿਆਦਾ ਉੱਥੇ ਬਾਰੇ ਪਤਾ ਲੱਗਿਆ ਸਟੱਡੀ ਵਗੈਰਾ ਲਈ ਤੇ ਕਾਲਜ ਲਈ ਤੇ ਉੱਥੇ ਦਾ ਅਕੋਮੋਡੇਸ਼ਨ ਪ੍ਰੋਸੈਸ ਸਾਰਾ ਜਿਵੇਂ ਹੁੰਦਾ ਮੈਨੂੰ ਕਾਫੀ ਵਧੀਆ ਲੱਗਿਆ ਇਹਨਾਂ ਦੀ ਗਾਈਡਲਾਈਨਸ ਐਂਡ ਆਈ ਰੈਕਮੈਂਡ ਕਿ ਸਾਰੇ ਇੱਥੇ ਆਉਣ ਤੇ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰਨ। ਮੈਨੂੰ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ? ਮੇਰਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਿਹਾ ਸਰ। ਮੇਰਾ ਸਾਰਾ ਪ੍ਰੋਸੈਸ ਜਿਹੜਾ ਬਹੁਤ ਜ਼ਿਆਦਾ ਸਮੂਥ ਰਿਹਾ ਤੇ ਹੁਣ ਚੱਲ ਰਿਹਾ ਹੈ ਮੇਰਾ ਪ੍ਰੋਸੈਸ ਅਜੇ। ਔਰ ਤੁਹਾਨੂੰ ਵੀ ਲੱਗਦਾ ਕਿ ਜਦੋਂ ਤੁਸੀਂ ਆਏ ਇੱਥੇ ਵਿਜ਼ਿਟ ਕੀਤਾ ਉਦੋਂ ਤੁਹਾਡੇ ਮਨ ਦੇ ਵਿੱਚ ਬੜੇ ਹਰੇਕ ਇਨਸਾਨ ਦੇ ਮਨ ਦੇ ਵਿੱਚ ਬੜੇ ਡਾਊਟਸ ਹੁੰਦੇ ਆ, ਪਰ ਜਦੋਂ ਤੁਸੀਂ ਇਹਨਾਂ ਦੇ ਕਾਉਂਸਲਰਾਂ ਨੂੰ ਮਿਲਦੇ ਹੋ ਇਹ ਬਿਲਕੁਲ ਤੁਹਾਨੂੰ ਧੋ ਦਿੰਦੇ ਨੇ, ਤੁਹਾਨੂੰ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ, ਜਿਸ ਤਰੀਕੇ ਨਾਲ ਤੁਹਾਨੂੰ ਅੰਡਰਸਟੈਂਡਿੰਗ ਕਰਾਉਂਦੇ ਨੇ, ਬਿਲਕੁਲ ਗੂੜ ਪੰਜਾਬੀ ਦੇ ਵਿੱਚ ਵੀ, ਹਿੰਦੀ 'ਚ ਵੀ, ਇੰਗਲਿਸ਼ ਵੀ, ਜੋ ਤੁਸੀਂ ਲੈਂਗੁਏਜ ਚਾਹੁੰਦੇ ਹੋ। ਲੱਗਦਾ ਕਿ ਇੱਥੇ ਆ ਕੇ ਮਤਲਬ ਉਸੇ ਓਰੇ 'ਚ ਅਸੀਂ ਚਲੇ ਜਾਂਦੇ ਹਾਂ ਵੀ ਸਾਨੂੰ ਲੱਗ ਰਿਹਾ ਕਿ ਹੁਣ ਅਸੀਂ ਜਹਾਜ਼ ਬਿਲਕੁਲ ਨੇੜੇ ਆ ਰਹੇ ਨੇ। ਹਾਂਜੀ ਤਾਂ ਹੁੰਦਾ ਜਦੋਂ ਪਹਿਲਾਂ ਆਉਂਦੇ ਉਦੋਂ ਥੋੜਾ ਡਾਊਟ ਜਿਹਾ ਹੁੰਦਾ ਬਟ ਗੱਲਬਾਤ ਕਰਨ ਦੇ ਬਾਅਦ ਤਾਂ ਸਾਰਾ ਕੁਝ ਬਹੁਤ ਈਜ਼ੀ ਹੋ ਜਾਂਦਾ। ਹੁਣ ਅਸੀਂ ਗੱਲ ਕਰਾਂਗੇ ਇੱਥੇ ਦੇ ਕਾਉਂਸਲਰ ਨਾਲ। ਸਰ ਕੀ ਕਹਿਣਾ ਚਾਹੋਗੇ? ਇਹ ਬੜਾ ਤਾਰੀਫ ਹੋ ਰਹੀ ਹੈ ਤੁਹਾਡੀ ਔਰ IDP ਦੇ ਨਾਲ ਤੁਸੀਂ ਜੁੜੇ ਹੋਏ ਹੋ, ਕੀ ਕਹਿਣਾ ਚਾਹੋਗੇ? ਸਰ ਆਪਣੇ ਵੱਲੋਂ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਿਹੜੇ ਵੀ ਬੱਚੇ ਇੱਥੇ ਆਪਣੇ ਕੋਲ ਅਪਲਾਈ ਕਰਦੇ ਪਏ ਉਹਨਾਂ ਨੂੰ ਸਭ ਤੋਂ ਬੈਸਟ ਆਪਸ਼ਨਸ ਦਿੱਤੀਆਂ ਜਾਣ, ਉਹਨਾਂ ਨੂੰ ਸਾਰਾ ਪ੍ਰੋਸੈਸ ਚੰਗੀ ਤਰ੍ਹਾਂ ਗਾਈਡ ਕੀਤਾ ਜਾਵੇ, ਹਰ ਇੱਕ ਚੀਜ਼ ਦੇ ਉੱਤੇ ਟਰਾਂਸਪੇਰੈਂਸੀ ਰੱਖੀ ਜਾਵੇ ਸੋ ਦੈਟ ਬੱਚਾ ਕਿਤੇ ਗੁੰਮਰਾਹ ਨਾ ਹੋਵੇ। ਆਪਾਂ ਬਹੁਤ ਵਾਰ ਦੇਖਦੇ ਹਾਂ ਕਿ ਬੱਚਿਆਂ ਨੂੰ ਕਦੋਂ ਕੁਝ ਰਿਊਮਰ ਸੁਣਨ ਨੂੰ ਮਿਲਦੇ, ਕਦੋਂ ਕੁਝ ਰਿਊਮਰ ਸੁਣਨ ਨੂੰ ਮਿਲਦੇ ਆ। ਸੋ ਆਪਣੀ ਇੱਕ ਹੈਬਿਟ ਹੁੰਦੀ ਕਿ ਅਸੀਂ ਸਾਰਾ ਕੁਝ ਜੋ ਕੁਝ ਵੀ ਬੱਚੇ ਦਾ ਪ੍ਰੋਸੈਸ ਸਟਾਰਟ ਕਰਦੇ ਜ਼ੀਰੋ ਤੋਂ ਲੈ ਕੇ ਐਂਡ ਤੱਕ ਹਰ ਇੱਕ ਚੀਜ਼ ਬੱਚੇ ਦੇ ਸਾਹਮਣੇ ਕੀਤੀ ਜਾਂਦੀ ਹੈ, ਉਹਨਾਂ ਨੂੰ ਹਰ ਇੱਕ ਡਾਕੂਮੈਂਟ ਨਾਲ ਦੇ ਨਾਲ ਪ੍ਰੋਵਾਈਡ ਕੀਤਾ ਜਾਂਦਾ ਹੈ, ਹਰ ਇੱਕ ਪੋਰਟਲ ਕਿਵੇਂ ਯੂਜ਼ ਕਰਨਾ ਕਿਵੇਂ ਨਹੀਂ ਕਰਨਾ, ਈਵਨ ਜਿਸ ਤਰ੍ਹਾਂ ਆਪਾਂ ਐਮਬੈਸੀ ਦੀ ਫਾਈਲਸ ਵਗੈਰਾ ਲਗਾਉਂਦੇ ਹਾਂ ਉਹ ਕਿੱਦਾਂ ਲੱਗਦੀ ਹੈ, ਕਿਵੇਂ ਪ੍ਰੋਸੈਸ ਹੁੰਦਾ, ਇਹ ਚੀਜ਼ਾਂ ਬੱਚੇ ਦੇ ਸਾਹਮਣੇ ਕਰਨੀਆਂ ਜ਼ਿਆਦਾ ਬੈਟਰ ਇਸ ਲਈ ਰਹਿੰਦੀਆਂ ਨੇ ਕਿਉਂਕਿ ਬੱਚਾ ਚਲੋ ਇੱਥੋਂ ਵੀਜ਼ਾ ਲਗਵਾ ਕੇ ਚਲਾ ਗਿਆ, ਪਰ ਜਦੋਂ ਕੱਲ੍ਹ ਬੱਚੇ ਨੇ ਆਪਣੇ ਫਰਦਰ ਕੈਨੇਡਾ 'ਚ ਆਪਣੇ ਪ੍ਰੋਸੈਸ ਸਟਾਰਟ ਕਰਨਾ ਤਾਂ ਬੱਚੇ ਨੂੰ ਇੱਕ ਚੀਜ਼ ਦਿਮਾਗ 'ਚ ਰਹਿੰਦੀ ਹੈ ਕਿ ਚਲੋ ਆਪਾਂ ਕਿਵੇਂ ਪ੍ਰੋਸੈਸ ਕੀਤਾ ਸੀ, ਕਿੱਥੋਂ ਆਪਾਂ ਕਿਹੜੀ ਚੀਜ਼ ਇਨਫੋਰਮੇਸ਼ਨ ਲੱਭੀ ਸੀ। ਸੋ ਇੱਕ ਬੱਚੇ ਦਾ ਮੈਂਟਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ, ਬੱਚੇ ਨੂੰ ਗਾਈਡ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਫਿਊਚਰ ਦੇ ਵਿੱਚ ਬੱਚੇ ਦੀ ਇਹ ਚੀਜ਼ਾਂ ਕਵਰ ਅਪ ਹੋ ਜਾਣ। ਸੋ ਅਸੀਂ ਉਸ ਹਿਸਾਬ ਨਾਲ ਚੱਲਦੇ। ਕਰੋਨਾ ਦਾ ਐਪੀਡੈਮਿਕ ਰਿਹਾ, 2 ਸਾਲ ਬਹੁਤ ਔਖੇ ਰਹੇ, ਕੀ ਕਹਿਣਾ ਚਾਹੋਗੇ ਕਿ IDP ਨੇ ਹਮੇਸ਼ਾ ਤੁਹਾਡੇ ਜਿਹੜੇ ਜਿੰਨੇ ਵੀ ਇੱਥੇ ਕੰਮ ਕਰਨ ਵਾਲੇ ਸੀ ਉਹਨਾਂ ਦੀ ਬਾਂਹ ਫੜੀ ਔਰ ਤੁਹਾਨੂੰ ਆਪਣੇ ਨਾਲ ਅਟੈਚ ਰੱਖਿਆ? ਸਰ IDP ਨੇ ਹਰ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਕੀਤੀ ਹੈ। ਈਵਨ ਪੈਂਡੇਮਿਕ ਸਿਚੁਏਸ਼ਨ ਦੇ ਵਿੱਚ ਕਾਫੀ ਇੰਪਲੋਇਜ਼ ਨੂੰ ਵੀ ਹਸਪੀਟੈਲਿਟੀ ਕਾਫੀ ਪ੍ਰੋਬਲਮ ਆਈ ਸੀ ਤਾਂ ਉਸ ਕੇਸ ਦੇ ਵਿੱਚ ਵੀ ਸਾਡੀ ਕੰਪਨੀ ਬਹੁਤ ਜ਼ਿਆਦਾ ਸਪੋਰਟਿਵ ਰਹੀ ਇੰਪਲੋਇਜ਼ ਲਈ। ਸੋ ਉਹ ਚੀਜ਼ਾਂ ਕਾਫੀ ਬੈਟਰ ਰਹਿੰਦੀਆਂ ਨੇ ਕਿ ਚਲੋ ਬੀਇੰਗ ਇਜ਼ ਐਨ IDP ਵੈਰੀ ਫੀਲ ਪ੍ਰਾਊਡ ਔਨ ਦਿਸ। ਤਾਂ ਕਿੱਦਾਂ ਦਾ ਐਕਸਪੀਰੀਅੰਸ ਆ ਤੁਹਾਡੇ ਅੱਜ ਤੁਸੀਂ IDP 'ਚ ਆਏ ਹੋ? ਕਿੱਦਾਂ ਦਾ ਐਕਸਪੀਰੀਅੰਸ IDP 'ਚ ਆਏ ਹੋ ਅੱਜ? ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਤੇ ਇੱਥੇ ਵਿਜ਼ਿਟ ਆਉਣ ਦਾ ਮੇਨ ਰੀਜ਼ਨ ਇਹ ਹੈ ਇੱਕ ਬੜਾ ਬ੍ਰਦਰ ਆ ਤੇ ਉਹਨਾਂ ਦੀ ਫਾਈਲਿੰਗ ਵੀ ਅਸੀਂ ਇੱਥੋਂ ਕਰਵਾਈ ਸੀਗੀ ਤੇ ਉਹ ਰਾਈਟ ਨਾਓ ਕੈਨੇਡਾ 'ਚ ਰਹੇ ਤੇ ਉਹਨਾਂ ਦਾ ਵਰਕ ਪਰਮਿਟ ਵੀ ਹੋ ਗਿਆ। ਮੈਂ ਗ੍ਰੈਜੂਏਸ਼ਨ ਕਰਦਾ ਸੀਗਾ ਤੇ ਮੇਰੀ ਡਿਗਰੀ ਹੋ ਚੁੱਕੀ ਹੈ ਤੇ ਮੇਰੇ ਬੈਂਡ ਵੀ ਆ ਚੁੱਕੇ ਨੇ ਤੇ ਫਿਰ ਮੈਂ ਵੀ ਮੈਨੂੰ ਵੀਰੇ ਨੇ ਕਿਹਾ ਵੀ ਇੱਥੋਂ ਹੀ ਤੂੰ ਵੀ ਆਪਣੀ ਫਾਈਲ ਲਗਵਾਈ ਤੇ ਉਹਦੇ ਕਰਕੇ ਮੈਂ ਆਇਆ ਸੀਗਾ ਤੇ ਮੈਮ ਨੇ ਤੇ ਸਰ ਨੇ ਹੋਰ ਵੀ ਜਿੰਨਾ ਵੀ ਬਾਕੀ ਸਟਾਫ ਆ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਡੀਲ ਕੀਤਾ ਜੀ। ਤੁਸੀਂ ਕਿੱਦਾਂ ਚੂਜ਼ ਕੀਤਾ? ਹੁਣ ਇਹਨਾਂ ਦਾ ਬ੍ਰਦਰ ਨੇ ਮਤਲਬ ਤੁਹਾਨੂੰ ਲੱਗਿਆ ਸੀਗਾ ਕਿ ਇਹ ਤੁਹਾਡਾ ਦੋਸਤ ਆ ਕੇ? ਹਾਂਜੀ ਇਹ ਮੇਰਾ ਫਰੈਂਡ ਹੈ ਸਕੂਲ ਦਾ ਇਕੱਠੇ ਹੋਏ। ਓਕੇ, ਤੇ ਫਰੈਂਡ ਨੇ ਤੁਹਾਨੂੰ ਦਾ ਰੈਫਰ ਕੀਤਾ? ਹਾਂਜੀ ਮੈਂ ਵੀ ਐਲਸ ਕਰਕੇ ਚੱਲਿਆ ਸੀਗੇ ਤੇ ਮੈਂ ਇਨਕੁਆਇਰੀ ਕਰਨ ਆਇਆ ਸੀ, ਮੈਂ ਗੱਲ ਕੀਤੀ ਸੀ। ਬੇਟਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਗੁੱਡ ਐਕਸਪੀਰੀਅੰਸ ਹੈ ਜੀ। ਇਹਨਾਂ ਦੇ ਬ੍ਰਦਰ ਫਰੈਂਡ ਨੇ ਮੇਰੇ, ਇਹਨਾਂ ਦਾ ਬ੍ਰਦਰ ਬਾਹਰ ਗਏ ਤੇ ਇੱਕ ਮੇਰੇ ਕਜ਼ਨ ਨੇ ਉਹ ਵੀ ਉਹਨਾਂ ਦੀ ਫਾਈਲਿੰਗ ਵੀ ਇੱਥੋਂ ਹੀ ਸੀਗੀ ਤੇ ਉਹ ਵੀ ਇੱਥੋਂ ਹੀ ਰਿਹਾ ਹੋ ਗਿਆ ਸਾਲ ਉਹਨਾਂ ਨੂੰ ਗਏ ਨੂੰ
ਤੇ ਮੈਂ ਵੀ ਮੇਰੀ ਵੀ ਬੈਂਡ ਆਇਆ ਤੇ ਮੈਂ ਵੀ ਹੁਣ ਇੱਥੋਂ ਹੀ ਆਪਣੀ ਫਾਈਲਿੰਗ ਕਰ ਲਈ। ਪਰ ਸਭ ਤੋਂ ਵੱਡੀ ਗੱਲ ਆ ਜਿਹੜੀ ਇੱਥੇ ਦੀ ਕਾਉਂਸਲਿੰਗ ਹੈਗੀ ਆ ਉਹਦੇ 'ਚ ਬਹੁਤ ਜਾਨ ਹੈਗੀ ਆ। ਕਾਉਂਸਲਰ ਜਿਹੜੇ ਹੈਗੇ ਆ ਉਹ ਬਿਲਕੁਲ ਤੁਹਾਨੂੰ ਇਸ ਜ਼ੋਨ 'ਚ ਲੈ ਕੇ ਜਾਂਦੇ ਆ। ਪਹਿਲਾਂ ਤੁਹਾਡਾ ਮਾਈਂਡ ਸੈਟਅਪ ਪੜ੍ਹਦੇ ਨੇ, ਫਿਰ ਤੁਹਾਨੂੰ ਗਾਈਡ ਕਰਦੇ ਨੇ ਔਰ ਗਾਈਡ ਕਰਕੇ ਹੁਣ ਇੱਕ ਮੁਕਾਮ ਤੱਕ ਪਹੁੰਚਾਉਣ ਤੱਕ ਤੁਹਾਡੇ ਨਾਲ ਮਤਲਬ ਜਿਹੜਾ ਹੈਗਾ ਉਹ ਉਹਨਾਂ ਦੀ ਸ਼ਿਕਨ ਹੈਗੀ ਆ। ਅੱਛਾ, ਨਹੀਂ ਸਟਾਫ ਬਹੁਤ ਸਾਰਾ ਸਟਾਫ ਬਹੁਤ ਵਧੀਆ ਜੀ, ਮਤਲਬ ਗਾਈਡ ਪੂਰਾ ਬਹੁਤ ਪ੍ਰੋਪਰਲੀ ਗਾਈਡ ਕਰਦੇ, ਡੀਪਲੀ ਗਾਈਡ ਕਰਦੇ ਸਾਰੇ ਤੇ ਸੈਟੀਸਫਾਈਡ ਹੈ। ਔਰ ਹੁਣ ਅਸੀਂ ਗੱਲ ਕਰਾਂਗੇ ਬੈਕਬੋਨ ਜਿਹੜੇ ਕਾਉਂਸਲਰ ਹੁੰਦੇ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਕਾਉਂਸਲ ਕਰਨ ਦਾ। ਮੈਨੂੰ ਤੁਹਾਡਾ ਸਵਾਗਤ ਹੈ, ਕੀ ਕਹਿਣਾ ਚਾਹੋਗੇ? ਐਕਚੁਅਲੀ ਸਰ ਲਾਈਕ ਅਸੀਂ ਚਾਹੁੰਦੇ ਕਿ ਸਟੂਡੈਂਟਸ ਇੱਦਾਂ ਹੀ ਆਉਂਦੇ ਰਹਿਣ, ਰੈਫਰੈਂਸ ਟੂ ਰੈਫਰੈਂਸ ਅੱਗੇ ਦਿੰਦੇ ਰਹਿਣ, ਕਿਉਂਕਿ ਜੇ ਇੱਕ ਬੱਚੇ ਦਾ ਵੀਜ਼ਾ ਆਉਂਦਾ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਫੈਮਿਲੀ ਹੁੰਦੀ ਹੈ ਜਿਹੜੀ ਅੱਗੇ ਸਾਨੂੰ ਸਪੋਰਟ ਕਰਦੀ ਹੈ। ਸੋ ਵੀ ਆਲਵੇਜ਼ ਵਾਂਟ ਅ ਗੁੱਡ ਸਟੂਡੈਂਟਸ। ਐਂਡ ਵਾਟ ਅਬਾਊਟ IDP, ਕਿਉਂਕਿ ਬੜਾ IDP ਕਰੋਨਾ ਦਾ ਐਪੀਡੈਮਿਕ ਰਿਹਾ, ਉਹਦੇ ਵਿੱਚ ਵੀ ਉਹਨਾਂ ਨੇ ਆਪਣੇ EMPLOYEES ਦੀ ਬਾਂਹ ਫੜੀ ਹੈ ਔਰ ਕੀ ਕਹਿਣਾ ਚਾਹੋਗੇ? IDP is a great platform to work. ਸੋ ਕੋਈ ਵੀ ਇਸ਼ੂ ਆਉਂਦਾ ਕਿਸੇ ਵੀ ਰਿਲੇਟਡ IDP ਸਾਨੂੰ ਹਰ ਚੀਜ਼ ਦਾ ਸਪੋਰਟ ਕਰਦਾ। ਸੋ ਈਵਨ ਇਟਸ ਅ ਇੰਟਰਨੈਸ਼ਨਲ ਕੰਪਨੀ, ਸੋ anyhow anything they always there for us and they always counsel you also। ਪਹਿਲਾਂ ਆਉਂਦੇ ਜਦੋਂ ਸਵੇਰ ਕੋਈ ਤੁਹਾਨੂੰ ਮੈਂ ਲਾਈਕ ਕਈ ਵਾਰ ਹੁੰਦਾ ਕਿ ਸਾਨੂੰ ਵੀ ਕੋਈ ਪ੍ਰੋਬਲਮਸ ਆਉਂਦੀਆਂ ਨੇ, ਸਟੂਡੈਂਟਸ ਸਾਨੂੰ ਕਹਿੰਦੇ ਆ ਕਿ ਮੈਮ ਇੱਦਾਂ ਦਾ ਕਰਕੇ ਆ, ਕਈ ਵਾਰ ਅਸੀਂ ਨਹੀਂ ਸੋਲਵ ਕਰ ਸਕਦੇ। ਸੋ ਵੀ ਆਲਵੇਜ਼ ਗੋ ਟੂ ਆਪਣੇ ਜੋ ਸੀਨੀਅਰ ਮੈਨੇਜਰਸ ਹੁੰਦੇ ਆ ਉਹਨਾਂ ਕੋਲ ਜਾਂਦੇ ਆ, ਉਹ ਸਾਨੂੰ ਹੈਲਪ ਕਰਦੇ ਨੇ ਕਿ ਤੁਸੀਂ ਇੱਦਾਂ ਨਾ ਕਰੋ ਕਰੋ। ਐਂਡ ਕੋਈ ਆਪਦੀ ਈਵਨ ਪਰਸਨਲ ਫੈਮਿਲੀ ਇਸ਼ੂਜ਼ ਆਉਂਦੇ ਆ, ਸੋ ਵੀ ਕੈਨ ਡਿਸਕਸ ਵਿਦ ਅਵਰ ਮੈਨੇਜਰ, ਦੇ ਹੈਲਪ ਯੂ ਆਊਟ ਇਨ ਦੈਟ। ਲੱਗਦਾ ਕਿ ਕਾਉਂਸਲ ਕਰਦੇ ਕਰਦੇ ਹੁਣ ਆਪਣੀ ਕਾਉਂਸਲਿੰਗ ਇੰਨੀ ਵੱਧ ਗਈ ਕਿ ਆਪਾਂ ਨੂੰ ਕਾਫੀ ਜ਼ਿਆਦਾ ਨੌਲੇਜ ਇਹਨਾਂ ਬੱਚਿਆਂ ਤੋਂ ਵੀ, ਕਿਉਂਕਿ ਬੱਚੇ ਬੜੇ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਹਰ ਚੀਜ਼ ਦੇ ਉਹਨਾਂ ਨੂੰ ਨੌਲੇਜ ਹੁੰਦੀ ਆ ਖੁਦ ਨੂੰ। ਹਾਂਜੀ ਬਹੁਤ ਹੁੰਦਾ, ਮਤਲਬ ਆਪਣੇ ਵੱਲੋਂ ਸਾਰਾ ਕੁਝ ਲੱਭ ਕੇ ਆਉਂਦੇ ਨੇ, ਸਾਨੂੰ ਇਹ ਕਹਿੰਦੇ ਕਿ ਮੈਮ ਇੱਥੇ ਜਾਣਾ, ਅਸੀਂ ਇੱਥੇ ਜਾਣਾ। ਸਾਡਾ ਹੁੰਦਾ ਕਿ ਫਰਜ਼ ਕਿ ਅਸੀਂ ਠੀਕ ਹੈ ਉਹਨਾਂ ਨੂੰ ਦੱਸਣਾ ਕਿ ਸਹੀ ਕਾਲਜ ਕਿਹੜਾ, ਗਲਤ ਕਾਲਜ ਕਿਹੜਾ, ਉਹਦੇ ਮੁਤਾਬਿਕ ਉਹਨਾਂ ਨੂੰ ਡਿਵਾਈਡ ਕਰਕੇ ਦੱਸਦੇ ਕਿ ਇਹ ਕਾਲਜ ਤੁਸੀਂ ਕਰ ਸਕਦੇ ਹੋ, ਤੇ ਨਹੀਂ ਕਰ ਸਕਦੇ, ਇੱਥੇ ਰਿਕੁਆਇਰਮੈਂਟਸ ਨੇ, ਉਹ ਸਾਰਾ ਕੁਝ ਕਰ ਸਕਦੇ ਹੋ। ਅੱਗੇ ਫਿਊਚਰ ਕੈਰੀਅਰ ਕੀ ਨੇ, ਇਹਨਾਂ ਦੀ ਸੈਟਲਮੈਂਟ ਕਿੱਦਾਂ ਹੋ ਸਕਦੀ ਹੈ, ਫੀਸ ਸਟਰਕਚਰਸ ਵਗੈਰਾ, ਉਹ ਸਾਰਾ ਕੁਝ ਇਹਨਾਂ ਨੂੰ ਅਸੀਂ